ਇਤ ਭੋਜਨ ਰਿਪਤਾਸੈ ਨਾਨਕ ਦੁਖ ਸੁਖ ਸਮ ਕਰ ਜਾਪੈ ਸਤਿਗੁਰ ਤੇ ਕਾਲ ਨਾ ਕਰਾਸੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ ਪਤਿਤ ਪਾਵਨ ਭਗਤ ਵਸ਼ਲ ਦੀਨ ਦਇਆਲ ਮਿਹਰਬਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮਹਾਨ ਕਿਰਪਾਲਤਾ ਦਇਆਲਤਾ ਮਿਹਰਾਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਵੇਲ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨ ਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦਾ ਨਿਤਨੇਮ ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਹੋਇਆ। ਸਤਿਗੁਰਾਂ ਨੇ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਗੁਰਸਿੱਖ ਸੰਗਤਾਂ ਨੇ ਸਤਿਗੁਰੂ ਜੀ ਦੇ ਪਾਵਨ ਦਰਸ਼ਨ ਕੀਤੇ, ਜਿਨ੍ਹਾਂ ਦਰਸ਼ਨਾਂ ਦੇ ਨਾਲ ਜੀਵ ਦਾ ਜੰਮਣਾ ਮਰਨਾ ਕੱਟਿਆ ਜਾਂਦਾ ਹੈ ਔਰ ਵੱਡਿਆਂ ਭਾਗਾਂ ਦੇ ਨਾਲ ਗੁਰੂ ਦਾ ਦਰਸ਼ਨ ਪ੍ਰਾਪਤ ਹੁੰਦਾ ਹੈ। ਦਰਸ਼ਨ ਕਉ ਲੋਚੈ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ। ਦਰਸ਼ਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਜਾਏ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾਂ। ਤਿਸ ਗੁਰ ਕਉ ਸਿਮਰਾਉ ਸਾਸ ਸਾਸ ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ। ਔਰ ਜਿਸ ਵੇਲੇ ਗੁਰੂ ਸਾਹਿਬ ਜੀ ਦਾ ਦਰਸ਼ਨ ਪ੍ਰਾਪਤ ਹੋਵੇ ਉਹ ਵੇਲਾ ਵੀ ਧੰਨ ਹੋ ਜਾਂਦਾ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨਾ। ਧੰਨ ਸੋ ਵੇਲਾ ਘੜੀ ਧੰਨ ਧੰਨ ਮੂਰਤ ਫਲਸਾਰ। ਧੰਨ ਸੋ ਦਿਨ ਸੋ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ। ਤੋ ਲੜੀਵਾਰ ਰੂਪ ਦੇ ਵਿੱਚ ਜਗਤ ਗੁਰੂ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਿੱਧ ਗੋਸ਼ਟ ਬਾਣੀ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। 60 ਪੌੜੀਆਂ ਦੀ ਵਿਚਾਰ ਗੁਰੂ ਕੀ ਕਿਰਪਾ ਦੇ ਨਾਲ ਪਿਛੇ ਹੋ ਚੁੱਕੀ ਹੈ। 61ਵੀਂ ਪੌੜੀ ਜਿਸ ਦਾ ਅਸੀਂ ਪਾਠ ਸਰਵਣ ਕੀਤਾ ਹੈ 944 ਅੰਗ ਤੋਂ ਹੇਠਲੇ ਪਾਸਿਓਂ ਇਹ ਪੌੜੀ ਆਰੰਭ ਹੁੰਦੀ ਹੈ। 945 ਅੰਗ ਤੇ ਸੰਪੂਰਨ ਹੁੰਦੀ ਹੈ। ਸਿੱਧਾਂ ਦੇ ਸਵਾਲ ਸਿੱਧਾਂ ਦੇ ਪ੍ਰਸ਼ਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਦਿੱਤੇ ਹੋਏ ਉੱਤਰ। ਜਿਵੇਂ ਸਿੱਧ ਸਵਾਲ ਕਰਦੇ ਤੇ ਜਗਤ ਗੁਰੂ ਜੀ ਉਹਨਾਂ ਨੂੰ ਸਵਾਲਾਂ ਦੇ ਜਵਾਬ ਦਿੰਦੇ ਹਨ। ਇਹ ਮਹਾਨ ਪਵਿੱਤਰ ਉਪਦੇਸ਼ ਸਿੱਧ ਗੋਸ਼ਟ ਬਾਣੀ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ ਹੈ, ਜੋ ਸਿੱਧਾਂ ਦੇ ਨਾਲ ਵਿਚਾਰ ਹੋਈ ਹੈ, ਗਿਆਨ ਗੋਸ਼ਟੀ ਹੋਈ ਹੈ, ਗਿਆਨ ਚਰਚਾ ਹੋਈ ਹੈ। ਤੋ ਜਿਵੇਂ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹਨ ਸ਼ਰਧਾ ਭਾਵਨਾ ਦਾ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਕਾ ਜੀਓ ਪਵਨ ਕਥਿਅਲੇ। ਸਿੱਧਾਂ ਨੇ ਸਵਾਲ ਕੀਤਾ ਜਗਤ ਗੁਰੂ ਜੀ ਨੂੰ ਕਿ ਹੇ ਸਤਿਗੁਰੂ ਜੀ, ਜੋ
ਮਨ ਕਾ ਜੀਉ ਹੈ, ਉਹ ਪਵਨ ਕਥੀ ਵਾਲੇ ਪਵਨ ਕਥਨ ਕੀਤਾ ਜਾਂਦਾ ਹੈ। ਸਵਾਸ ਇਹ ਮਨ ਦਾ ਜੀਉ ਕਥਨ ਕੀਤੇ ਜਾਂਦੇ ਹਨ। ਇਸ ਸਵਾਸਾਂ ਦੇ ਨਾਲ ਹੀ ਮਨ ਦੀ ਕਿਰਿਆ ਹੈ। ਜਿਸ ਤਰ੍ਹਾਂ ਸਵਾਸ ਚੱਲਦੇ ਹਨ ਉਸੇ ਤਰ੍ਹਾਂ ਮਨ, ਔਰ ਇਹ ਮਨ ਨੂੰ ਜੀਉ ਦੇਣ ਵਾਲਾ, ਮਨ ਨੂੰ ਜ਼ਿੰਦਗੀ ਦੇਣ ਵਾਲਾ ਉਹ ਪਵਨ ਹੈ, ਸਵਾਸ ਹਨ। ਮਹਾਰਾਜ ਜੀ ਮਨ ਦਾ ਜੀਉ, ਮਨ ਦੀ ਜ਼ਿੰਦਗੀ ਸਵਾਸ ਹੈ, ਸਵਾਸ ਕਥਨ ਕੀਤੇ ਜਾਂਦੇ ਹਨ। ਪਵਨ ਕਹਾ ਰਸ ਖਾਈ, ਕਿ ਮਨ ਨੂੰ ਤਾਂ ਜੀਉ ਜਿੰਦ ਜਾਨ ਜਿਹੜੀ ਦਿੰਦੇ ਉਹ ਸਵਾਸ ਦਿੰਦੇ, ਤੇ ਇਹ ਪਵਨ ਜਿਹੜੇ ਸਵਾਸ ਹਨ, ਪਵਨ ਕਹਾ ਰਸ ਖਾਈ, ਇਹ ਕਿਹੜਾ ਰਸ ਖਾਂਦੇ? ਸਵਾਸ, ਇਹ ਪਵਨ, ਇਹ ਹਵਾ, ਇਹ ਮਾਰੇ ਕਿਹੜਾ ਰਸ ਖਾਂਦੇ? ਇਹਨਾਂ ਦੀ ਖੁਰਾਕ ਕੀ ਹੈ? ਇਹ ਮਨ ਨੂੰ ਤਾਂ ਜੀਉ ਜ਼ਿੰਦਗੀ ਦਿੱਤੀ ਹੈ ਸਵਾਸਾਂ ਨੇ, ਤੇ ਸਵਾਸਾਂ ਨੂੰ ਕਿਹਨੇ ਜ਼ਿੰਦਗੀ ਦਿੱਤੀ ਹੈ? ਸਵਾਸ ਕਿਹਦੇ ਆਸਰੇ ਤੇ ਚੱਲਦੇ ਹਨ? ਇਹਨਾਂ ਸਵਾਸਾਂ ਦੀ, ਇਹ ਪਾਉਣ ਦੀ ਮਹਾਰਾਜ ਖੁਰਾਕ ਕੀ ਹੈ? ਇਹ ਕਿੱਥੋਂ ਤੇ ਕਿਹੜਾ ਰਸ ਖਾਂਦੇ ਹਨ? ਗਿਆਨ ਕੀ ਮੁਦਰਾ ਕਵਨ ਔਧੂ, ਸਤਿਗੁਰੂ ਜੀ ਨੂੰ ਔਧੂ ਕਹਿੰਦੇ ਆ। ਔਧੂ ਤੋਂ ਭਾਵ ਹੈ ਅਵਧੂਤ, ਸੁੱਧ ਸਰੂਪ, ਸਾਧੂ। ਇਹ ਅਵਧੂਤ ਸਾਧੂ ਸਤਿਗੁਰੂ ਜੀ, ਗਿਆਨ ਦੀ ਮੁਦਰਾ ਕੀ ਹੈ? ਗਿਆਨ ਦੀ ਨਿਸ਼ਾਨੀ ਕੀ ਹੈ? ਗਿਆਨਵਾਨ ਦੀ ਕੀ ਨਿਸ਼ਾਨੀ ਹੈ? ਗਿਆਨ ਦਾ ਸਰੂਪ ਕੀ ਹੈ? ਇਹ ਗਿਆਨ ਦੀ ਮੁਦਰਾ ਵੀ ਸਤਿਗੁਰੂ ਜੀ ਆਪ ਦੱਸੋ। ਸਿੱਧ ਕੀ ਕਵਨ ਕਮਾਈ, ਤੇ ਜਿਹੜਾ ਸਿੱਧ ਹੈ, ਸਿੱਧ ਪੁਰਖ, ਉਸ ਸਿੱਧ ਪੁਰਖ ਦੀ, ਮੁਕਤ ਪੁਰਖ ਦੀ ਕਮਾਈ ਕੀ ਹੈ? ਸਿੱਧ ਦੀ ਕਿਹੜੀ ਕਮਾਈ ਹੈ? ਸਿੱਧ ਨੇ ਕਿਹੜੀ ਕਮਾਈ ਕੀਤੀ ਹੈ? ਕਿਸ ਕਮਾਈ ਦੇ ਨਾਲ ਉਹ ਸਿੱਧ ਬਣਿਆ, ਮੁਕਤ ਹੋਇਆ ਹੈ? ਬਿਨ ਸਬਦੈ ਰਸ ਨਾ ਆਵੈ ਔਧੂ। ਹੁਣ ਮਹਾਰਾਜ ਸਾਹਿਬ ਜੀ ਉੱਤਰ ਦਿੰਦੇ, ਗਰੀਬ ਨਵਾਜ ਕਹਿੰਦੇ ਵੀ ਹੇ ਸਿੱਧੋ, ਸ਼ਬਦ ਤੋਂ ਬਿਨਾ ਨਾਮ ਦਾ ਰਸ ਨਹੀਂ ਆਉਂਦਾ, ਆਤਮਾ ਦਾ ਰਸ ਨਹੀਂ ਆਉਂਦਾ। ਬਿਨ ਸ਼ਬਦ, ਬਿਨਾ ਗੁਰੂ ਕੇ ਸ਼ਬਦ ਤੋਂ ਰਸ ਨਾ ਆਵੇ ਔਧੂ। ਇਹ ਅਵਧੂਤ ਸਾਧੂ, ਇਹ ਸਿੱਧੋ, ਪ੍ਰਭੂ ਦੇ ਨਾਮ ਦਾ ਰਸ ਗੁਰੂ ਕੇ ਉਪਦੇਸ਼ ਤੋਂ ਬਿਨਾ ਨਹੀਂ ਪ੍ਰਾਪਤ ਹੁੰਦਾ ਹੈ। ਹਉਮੈ ਪਿਆਸ ਨਾ ਜਾਈ, ਤੇ ਹਉਮੈ ਦੀ ਜੋ ਪਿਆਸ ਲੱਗੀ ਹੋਈ ਹੈ ਨਾ ਜੀਵ ਨੂੰ, ਇਹ ਹਉਮੈ ਦੀ ਪਿਆਸ ਨਹੀਂ ਜਾਂਦੀ। ਹਉਮੈ ਦੀ ਤੇ ਸ਼ਬਦ ਤੋਂ ਬਿਨਾ ਨਹੀਂ ਜਾਂਦੀ ਹੈ, ਨਾਮ ਰਸ ਤੋਂ ਬਿਨਾ ਨਹੀਂ ਜਾਂਦੀ। ਇਹ ਪਿਆਸ ਲੱਗੀ ਰਹਿੰਦੀ। ਜਦੋਂ ਗੁਰੂ ਦਾ ਸ਼ਬਦ ਪ੍ਰਾਪਤ ਹੁੰਦਾ ਹੈ, ਨਾਮ ਦਾ ਰਸ ਪ੍ਰਾਪਤ ਹੁੰਦਾ ਹੈ, ਫਿਰ ਹਉਮੈ ਦੀ ਨਿਵਰਤੀ ਹੁੰਦੀ ਹੈ ਤੇ ਤ੍ਰਿਸ਼ਨਾ ਦੀ ਪਿਆਸ ਵੀ ਤਾਂ ਹੀ ਜਾਂਦੀ ਹੈ। ਨਹੀਂ ਤੇ ਤ੍ਰਿਸ਼ਨਾ ਦੀ ਤੇਹ ਲੱਗੀ ਰਹਿੰਦੀ ਹੈ, ਤ੍ਰਿਸ਼ਨਾ ਦੀ ਪਿਆਸ ਬਣੀ ਰਹਿੰਦੀ ਹੈ। ਜਿਵੇਂ ਮਹਾਰਾਜ ਕਹਿੰਦੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰੈ ਪਰੈ ਹੀ ਕਉ ਲੁੱਝੀ ਹੈ। ਪਰੇ ਤੋਂ ਪਰੇ ਜੀਵ ਲੁੱਝੀ ਜਾਂਦਾ, ਅੱਗੇ ਤੋਂ ਅੱਗੇ ਪਿਆਸ ਬੁਝਦੀ ਨਹੀਂ ਹੈ। ਪਹਿਲਾਂ ਕਹਿੰਦਾ 1000 ਪ੍ਰਾਪਤ ਹੋ ਜਾਵੇ, ਫਿਰ ਕਹਿੰਦਾ 10,000, ਫਿਰ ਕਹਿੰਦਾ ਲੱਖ, ਫਿਰ ਕਹਿੰਦਾ ਹੁਣ 10 ਲੱਖ, ਫਿਰ ਕਹਿੰਦਾ ਕਰੋੜ, ਕਰੋੜ ਵਾਲਾ ਕਹਿੰਦਾ ਅਰਬ, ਅਰਬ ਵਾਲਾ ਕਹਿੰਦਾ ਖਰਬ, ਖਰਬ ਵਾਲਾ ਕਹਿੰਦਾ ਨੀਲ ਹੋ ਜਾਵੇ, ਨੀਲ ਵਾਲਾ ਕਹਿੰਦਾ ਪਦਮ ਹੋ ਜਾਵੇ, ਪਦਮ ਵਾਲਾ ਕਹਿੰਦਾ ਸੰਖ ਹੋ ਜਾਵੇ। ਅੱਗੇ ਤੋਂ ਅੱਗੇ ਵੱਧਦੀ ਜਾਂਦੀ। ਸਹਿਸ ਖੱਟੇ ਲੱਖ ਕਉ ਠੁਤਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਸ਼ੈ ਪਾਵੈ। ਸਤਿਗੁਰੂ ਕਹਿੰਦੇ ਜਿਹੜੀ ਤ੍ਰਿਸ਼ਨਾ ਦੀ ਤੇਹ ਆ ਤੇ ਹਉਮੈ ਆ,
ਇਹ ਸ਼ਬਦ ਤੋਂ ਬਿਨਾ ਤੇ ਨਾਮ ਦੇ ਰਸ ਤੋਂ ਬਿਨਾ ਨਹੀਂ ਨਿਵਰਤ ਹੁੰਦੀ ਹੈ। ਹਉਮੈ ਵੀ ਬਣੀ ਰਹਿੰਦੀ ਹੈ, ਤ੍ਰਿਸ਼ਨਾ ਦੀ ਪਿਆਸ ਵੀ ਬਣੀ ਰਹਿੰਦੀ ਹੈ। ਸੰਸਾਰ ਨੂੰ ਤਾਰਦੇ ਤਾਰਦੇ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਮਹਾਰਾਜ ਪਹੁੰਚੇ ਆ ਰੋਮ ਦੇ ਇਲਾਕੇ ਦੇ ਵਿੱਚ। ਉੱਥੋਂ ਦੇ ਲੋਕਾਂ ਤੋਂ ਪਤਾ ਲੱਗਾ ਕਿ ਇੱਥੋਂ ਦਾ ਜੋ ਬਾਦਸ਼ਾਹ ਹੈ ਕਾਰੂ ਬਾਦਸ਼ਾਹ ਬੜਾ ਜ਼ਾਲਮ ਬਾਦਸ਼ਾਹ ਹੈ। ਸਾਰੀ ਪ੍ਰਜਾ ਨੂੰ ਤੰਗ ਕੀਤਾ ਹੋਇਆ ਉਸਨੇ, ਸਾਰੇ ਦੇਸ਼ ਨੂੰ ਦੁਖੀ ਕੀਤਾ ਹੋਇਆ। ਇਸਲਾਮ ਮਤ ਦੇ ਵਿੱਚ ਮ੍ਰਿਤਕ ਸਰੀਰ ਨੂੰ ਮਿੱਟੀ 'ਚ ਦਫਨਾਉਂਦੇ ਆ। ਇਹ ਇੰਨਾ ਲਾਲਚੀ ਹੈ, ਇਹਨੇ ਮਿੱਟੀ ਵਿੱਚੋਂ ਕਬਰਾਂ ਪਟਾ ਕੇ ਉਹਨਾਂ ਦੇ ਮੂੰਹ ਵਿੱਚੋਂ ਵੀ ਰੁਪਈਏ ਕਢਾ ਲਏ। ਜਿਹੜਾ ਕੋਈ ਇੱਕ ਇੱਕ ਦੋ ਦੋ ਚਾਰ ਚਾਰ ਰੁਪਈਏ ਵਿੱਚ ਪਾ ਕੇ ਮੁਰਦਿਆਂ ਦੇ ਮੂੰਹ ਵਿੱਚ ਪਾ ਕੇ ਦੱਬਦੇ ਕਿ ਉਹ ਵੀ ਕਢਾ ਲਿਆ। ਮਹਾਰਾਜ ਸਾਹਿਬ ਜੀ ਪਹੁੰਚੇ ਬਾਦਸ਼ਾਹ ਦੇ ਮਹਿਲ ਦੇ ਬਾਹਰ ਵੱਡੇ ਦਰਵਾਜ਼ੇ ਤੇ। ਸਿਪਾਹੀਆਂ ਨੂੰ ਆਖਿਆ ਕਿ ਬਾਦਸ਼ਾਹ ਨੂੰ ਕਹੋ ਕਿ ਸਾਨੂੰ ਬਾਹਰ ਆ ਕੇ ਮਿਲੇ। ਕਹਿੰਦੇ ਮਹਾਰਾਜ ਇਹ ਬਾਦਸ਼ਾਹ ਨਹੀਂ ਮਿਲਦਾ, ਖਾਸ ਕਰਕੇ ਪੀਰਾਂ ਫਕੀਰਾਂ ਨੂੰ ਤਾਂ ਮਿਲਦਾ ਹੀ ਨਹੀਂ ਨਾ। ਇਹ ਕਹਿੰਦਾ ਵੀ ਇਹ ਪੀਰ ਫਕੀਰ ਕੁਝ ਨਾ ਕੁਝ ਮੰਗਣ ਵਾਸਤੇ ਹੀ ਆਉਂਦੇ, ਇਹਨਾਂ ਮੰਗਣਾ ਹੀ ਹੁੰਦਾ ਕੁਝ, ਤਾਂ ਨਹੀਂ ਮਿਲਦਾ। ਸਤਿਗੁਰੂ ਕਹਿੰਦੇ ਉਹਨੂੰ ਕਹਿ ਦਿਓ ਜਾ ਕੇ ਵੀ ਮੰਗਣ ਵਾਲੇ ਫਕੀਰ ਨਹੀਂ ਆਏ, ਅਸੀਂ ਗੱਲਬਾਤ ਹੀ ਕਰਨੀ ਹੈ, ਮੰਗਣਾ ਨਹੀਂ ਕੁਝ ਵੀ, ਲੈਣਾ ਨਹੀਂ ਕੁਝ ਵੀ, ਤੇ ਸਾਨੂੰ ਆ ਕੇ ਮਿਲੇ ਬਾਹਰ। ਸਿਪਾਹੀਆਂ ਨੇ ਜਾ ਕੇ ਦੱਸਿਆ ਵੀ 3 ਮਹਾਂਪੁਰਖ ਆਏ, 3 ਮਹਾਤਮਾ ਬਾਹਰ ਬਾਦਸ਼ਾਹ ਦੇ ਵੱਡੇ ਦਰਵਾਜ਼ੇ ਤੇ ਮਹਿਲ ਤੇ ਬਾਹਰ ਖਲੋਤੇ ਆ, ਤੇ ਉਹਨਾਂ ਨੇ ਆਪ ਜੀ ਨੂੰ ਮਿਲਣਾ ਹੈ। ਤੇ ਉਹਨਾਂ ਵਚਨ ਕੀਤਾ ਹੈ ਵੀ ਅਸੀਂ ਕੁਝ ਮੰਗਣਾ ਨਹੀਂ, ਕੁਝ ਲੈਣਾ ਨਹੀਂ, ਸਾਨੂੰ ਬਾਦਸ਼ਾਹ ਬਾਹਰ ਆ ਕੇ ਮਿਲੇ। ਇਸ ਕਰਕੇ ਬਾਦਸ਼ਾਹ ਸਲਾਮਤ ਆਪ ਜੀ ਉਹਨਾਂ ਫਕੀਰਾਂ ਨੂੰ ਬਾਹਰ ਜਾ ਕੇ ਮਿਲੋ। ਤੇ ਬਾਦਸ਼ਾਹ ਤੁਰਿਆ, ਨਾਲ ਉਹਦੇ ਵਜ਼ੀਰ ਮੰਤਰੀ ਅਹਿਲਕਾਰ ਤੁਰੇ। ਜਗਤ ਗੁਰੂ ਜੀ ਵਾਰ-ਵਾਰ ਦਰਵਾਜ਼ੇ ਦੇ ਘੜੇ ਦੀਆਂ ਠੀਕਰੀਆਂ ਪਈਆਂ ਹੋਈਆਂ ਸੀ, ਉਹਨਾਂ ਨੂੰ ਤੋੜ ਕੇ ਤੇ ਮਹਾਰਾਜ ਸਾਹਿਬ ਜੀ ਆਪਣੇ ਚੋਲੇ ਦੇ ਵਿੱਚ ਪਾ ਰਹੇ। ਆਉਂਦਿਆਂ ਸਾਰ ਕਾਰੂ ਬਾਦਸ਼ਾਹ ਨੇ ਆਖਿਆ ਫਕੀਰੋ ਇਹ ਕੀ ਕਰਦੇ ਹੋ? ਮਹਾਰਾਜ ਕਹਿੰਦੇ ਤੈਨੂੰ ਵੀ ਦੇਸੀ ਰਿਹਾ ਕੀ ਕਰਦੇ, ਤੇਰੇ ਸਾਹਮਣੇ ਹੀ ਕਰਨ ਡਏ। ਕਹਿੰਦਾ ਨਹੀਂ ਇਹ ਕਾਹਦੇ ਵਾਸਤੇ ਠੀਕਰੀਆਂ ਇਕੱਠੀਆਂ ਕਰ ਰਹੇ? ਸਤਿਗੁਰੂ ਕਹਿੰਦੇ ਪ੍ਰਲੋਕ ਨੂੰ ਲੈ ਕੇ ਜਾਵਾਂਗੇ, ਇਹ ਠੀਕਰੀਆਂ ਪ੍ਰਲੋਕ ਵਿੱਚ ਲੈ ਕੇ ਜਾਵਾਂ। ਕਹਿੰਦਾ ਫਕੀਰੋ ਕਿੰਨੇ ਮਸਤਾਨੇ ਹੋ, ਤੁਹਾਨੂੰ ਪਤਾ ਨਹੀਂ ਪ੍ਰਲੋਕ ਵਿੱਚ ਤਾਂ ਕੋਈ ਚੀਜ਼ ਵੀ ਨਹੀਂ ਜਾਂਦੀ, ਉੱਥੇ ਤੇ ਬੰਦੇ ਦਾ ਸਰੀਰ ਵੀ ਨਹੀਂ ਜਾਂਦਾ, ਤੇ ਤੁਸੀਂ ਇਹ ਠੀਕਰੀਆਂ ਕਿਵੇਂ ਲੈ ਜਾਓਗੇ? ਮਹਾਰਾਜ ਕਹਿੰਦੇ ਤੈਨੂੰ ਪਤਾ ਕਿ ਉੱਥੇ ਸਰੀਰ ਨਹੀਂ ਜਾਂਦਾ ਪ੍ਰਲੋਕ ਦੇ ਵਿੱਚ? ਕਹਿੰਦਾ ਜੀ ਇਹ ਤਾਂ ਸਾਰਿਆਂ ਨੂੰ ਪਤਾ ਕਿ ਪ੍ਰਲੋਕ ਦੇ ਵਿੱਚ ਸਰੀਰ ਨਹੀਂ ਜਾਂਦਾ। ਇਸ ਕਰਕੇ ਫਕੀਰੋ ਕਿਵੇਂ ਮਸਤਾਨੀ ਜੀ ਕਿਰਿਆ ਕਰਦੇ ਹੋ, ਇਹ ਠੀਕਰੀਆਂ ਨਹੀਂ ਜਾਣਗੀਆਂ ਉੱਥੇ। ਤੇ ਸਤਿਗੁਰੂ ਕਹਿੰਦੇ ਫਿਰ ਤੂੰ ਆ ਕਿਉਂ ਢੇਰ ਲਾ ਕੇ ਬੈਠਾ, ਇੰਨਾ ਪਾਪ ਕਰਕੇ, ਸਾਰੀ ਪ੍ਰਜਾ ਨੂੰ ਦੁੱਖ ਦੇ ਕੇ, ਸਾਰੇ ਦੇਸ਼ ਨੂੰ ਦੁਖੀ ਕਰਕੇ, ਜਿਹੜੇ ਵੱਡੇ ਵੱਡੇ ਗੰਜ 40 ਗੰਜ ਜੋੜ ਕੇ ਰੱਖੇ ਤੋਂ ਮਾਇਆ ਦੇ, ਇਹਨਾਂ ਨੂੰ ਤੂੰ ਨਾਲ ਲੈ ਕੇ ਜਾਣਾ? ਇਹ ਤੇਰੇ ਨਾਲ ਪ੍ਰਲੋਕ 'ਚ ਜਾਣਗੇ? ਸਮਝ ਪੈ ਗਈ, ਅਕਲ ਟਿਕਾਣੇ ਆ ਗਈ।
ਜਿਹੜੇ ਬਚਨ ਗੁਰੂ ਸਾਹਿਬ ਜੀ ਨੇ ਆਪਣੇ ਮੁਖ ਤੋਂ ਕਹਿ ਕੇ ਸਿੱਖਿਆ ਦੇਣੀ ਸੀ, ਉਹ ਜੁਗਤੀ ਦੇ ਨਾਲ, ਢੰਗ ਤਰੀਕੇ ਦੇ ਨਾਲ ਕਾਰੂ ਬਾਦਸ਼ਾਹ ਦੇ ਮੂੰਹ ਤੋਂ ਕਢਾ ਦਿੱਤੇ। ਉਹ ਗੱਲ ਉਹਨੇ ਕਹੀ ਆਪਣੇ ਮੁਖ ਤੋਂ। ਸਤਿਗੁਰੂ ਜੀ ਦਾ ਉਪਦੇਸ਼ ਰੂਪੀ ਤੀਰ ਬਾਦਸ਼ਾਹ ਦੇ ਹਿਰਦੇ ਨੂੰ ਵਿੰਨ ਗਿਆ। ਜਿਵੇਂ ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ। ਇੱਕੋ ਹੀ ਸ਼ਬਦ ਰੂਪੀ ਬਾਣ ਮਹਾਰਾਜ ਸਾਹਿਬ ਜੀ ਨੇ ਵਾਹਿਆ, ਉਹ ਹਿਰਦੇ ਨੂੰ ਵਿੰਨ ਗਿਆ। ਲਾਗਤ ਹੀ ਹੋਏ ਗਿਰ ਪਰਾ ਕਲੇਜੇ ਛੇਕ। ਕਲੇਜੇ ਵਿੱਚ ਛੇਕ ਕਰ ਦਿੱਤਾ ਗੁਰੂ ਕੇ ਬਚਨਾ ਰੂਪੀ ਤੀਰ ਨੇ। ਉਸੇ ਵਿੱਚ ਮਹਾਰਾਜ ਦੇ ਚਰਨਾਂ ਦੇ ਉੱਤੇ ਉਸੇ ਵੇਲੇ ਹੀ ਢਹਿ ਢੇਰੀ ਹੋਇਆ। ਆਖਿਆ, ਮਹਾਰਾਜ ਮੈਨੂੰ ਬਖਸ਼ ਲਓ, ਮੈਂ ਤਾਂ ਬਹੁਤ ਪਾਪ ਕੀਤੇ, ਬਹੁਤ ਜ਼ੁਲਮ ਕੀਤਾ। ਸਤਿਗੁਰੂ ਕਹਿੰਦੇ, ਬਖਸ਼ਿਆ ਤਾਂ ਜਾਵੇਂਗਾ। ਇਹ ਜੋ ਪਰਜਾ ਨੂੰ ਤੰਗ ਕਰਕੇ ਮਾਇਆ ਇਕੱਠੀ ਕੀਤੀ ਹੈ, ਇਹ ਥਾਂ ਥਾਂ ਤੇ ਪਰਜਾ ਵਿੱਚ ਹੀ ਵੰਡ ਦੇ। ਜਿਨ੍ਹਾਂ ਤੋਂ ਕੋਈ ਉਹਨਾਂ ਨੂੰ ਵਾਪਸ ਦੇ ਦੇ। ਖੁਦਾ ਦੇ ਨਾਂ ਦੇ ਉੱਤੇ, ਪਰਮੇਸ਼ਰ ਦੇ ਨਾਂ ਉੱਤੇ ਆਪਣੇ ਦੇਸ਼ ਵਿੱਚ ਥਾਂ ਥਾਂ ਤੇ ਲੰਗਰ ਚਲਾ ਦੇ। ਤੇ ਅੱਗੇ ਵਾਸਤੇ ਗਰੀਬਾਂ ਨੂੰ, ਪਰਜਾ ਨੂੰ ਦੁੱਖ ਨਾ ਦੇ, ਪਰਜਾ ਨੂੰ ਸੁਖੀ ਰੱਖ ਤੇ ਪਰਮੇਸ਼ਰ ਦਾ ਸਿਮਰਨ ਭਜਨ ਕਰ। ਸਿੱਧੇ ਮਾਰਗ ਪਾਇਆ ਮਹਾਰਾਜ ਸਾਹਿਬ ਜੀ। ਸੋ ਗਰੀਬ ਨਵਾਜ ਸਾਹਿਬ ਜੀ ਨੇ ਸਮਝਾ ਦਿੱਤਾ ਵੀ ਇਹ ਵੇਖ, ਇੰਨੀ ਮਾਇਆ ਸਾਰੇ ਦੇਸ਼ ਨੂੰ ਲੁੱਟ ਕੇ ਤ੍ਰਿਸ਼ਨਾ ਤੇ ਤੇਰੀ ਫੇਰ ਨਹੀਂ ਬੁਝੀ। ਅੰਦਰ ਤਾਂ ਤੇਰਾ ਫੇਰ ਨਹੀਂ ਰੱਜਿਆ, ਭੁੱਖੇ ਦਾ ਤੂੰ ਭੁੱਖਾ ਹੀ ਹੈ। ਕਿਉਂਕਿ ਤ੍ਰਿਸ਼ਨਾ ਐਸਾ ਟੋਆ ਹੈ, ਤ੍ਰਿਸ਼ਨਾ ਦੀ ਐਸੀ ਭੁੱਖ ਹੈ, ਸਰੀਰ ਤਾਂ ਸਮਾਪਤ ਹੋ ਜਾਂਦਾ ਪਰ ਇਹ ਟੋਆ ਭਰਦਾ ਹੀ ਨਹੀਂ। ਉਮਰ ਤੇ ਲੰਘ ਜਾਂਦੀ ਸਾਰੀ, ਪਰ ਤ੍ਰਿਸ਼ਨਾ ਨਹੀਂ ਬੁਝਦੀ, ਪਦਾਰਥਾਂ ਨਾਲ ਨਹੀਂ ਇਹ ਬੁਝਦੀ। ਮਹਾਰਾਜ ਕਹਿੰਦੇ, ਅੱਗ ਕਦੀ ਲੱਕੜਾਂ ਨਾਲ ਥੋੜਾ ਬੁਝਦੀ ਹੁੰਦੀ। ਗੁਰਬਾਣੀ ਚ ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਅੱਗ ਲੱਕੜਾਂ ਨਾਲ ਨਹੀਂ ਬੁਝਦੀ। ਅੱਗ ਨੂੰ ਬੁਝਾਉਣ ਵਾਸਤੇ ਪਾਣੀ ਪਾਉਣਾ ਪੈਂਦਾ। ਬੰਦਾ ਕਹਿੰਦਾ ਵਾ ਵੀ ਬਾਲਣ ਪਾ ਕੇ ਅੱਗ ਬੁਝਾਵਾਂ, ਕਹਿੰਦਾ ਵੀ ਮਨ ਜਿੰਨਾ ਚਾਹੁੰਦਾ ਨਾ, ਜਿੰਨੇ ਪਦਾਰਥ, ਜਿੰਨੀ ਮਾਇਆ ਓਨੀ ਪ੍ਰਾਪਤ ਹੋ ਜਾਵੇ ਤੇ ਮਨ ਸ਼ਾਇਦ ਫਿਰ ਰੱਜ ਜਾਵੇਗਾ। ਉਹ ਜਿੰਨਾ ਬਾਲਣ ਪੈਂਦਾ ਵਾ, ਓਨੇ ਭਾਂਬੜ ਵੱਧ ਮੱਚੀ ਜਾਂਦੇ, ਓਨੀਆਂ ਲਾਟਾਂ ਵੱਧ ਨਿਕਲੀ ਜਾਂਦੀਆਂ। ਇਸ ਕਰਕੇ ਅੱਗੇ ਤੋਂ ਅੱਗੇ ਤ੍ਰਿਸ਼ਨਾ ਜਿਹੜੀ ਉਹ ਵੱਧਦੀ ਜਾਂਦੀ ਹੈ, ਉਹ ਟੋਆ ਹੋਰ ਵੱਡਾ ਹੋਈ ਜਾਂਦਾ। ਤ੍ਰਿਸ਼ਨਾ ਦਾ ਖਾਤਾ ਤਾਂ ਸਤਿਗੁਰੂ ਗਰੀਬ ਨਵਾਜ ਕਹਿੰਦੇ, ਤ੍ਰਿਸ਼ਨਾ ਦੀ ਅਗਨੀ ਤਾਂ ਨਾਮ ਰੂਪੀ ਜਲ ਦੇ ਨਾਲ ਹੀ ਬੁਝਦੀ ਹੈ। ਜਦੋਂ ਗੁਰੂ ਦਾ ਉਪਦੇਸ਼ ਪ੍ਰਾਪਤ ਹੋਵੇ, ਫਿਰ ਸੰਤੋਖ ਮਿਲਦਾ ਹੈ, ਸੰਤੋਖ ਨਾਲ ਰੱਜ ਮਿਲਦਾ ਹੈ। ਬਿਨਾਂ ਸੰਤੋਖ ਤੋਂ ਰੱਜ ਨਹੀਂ ਪ੍ਰਾਪਤ ਹੁੰਦਾ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਇਸ ਕਰਕੇ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ ਕਿ ਹੇ ਅਵਧੂਤ ਸਾਧੂ ਸਿੱਧੋ, ਬਿਨ ਸ਼ਬਦੈ ਰਸ ਨਾ ਆਵੇ ਔਧੂ, ਹਉਮੈ ਪਿਆਸ ਨਾ ਜਾਈ। ਨਾ ਤੇ ਹਉਮੈ ਨਿਵਰਤ ਹੁੰਦੀ ਹੈ ਸ਼ਬਦ ਤੋਂ ਬਿਨਾ, ਨਾਮ ਰਸ ਤੋਂ ਬਿਨਾ, ਤੇ ਨਾ ਪਿਆਸ, ਤ੍ਰਿਸ਼ਨਾ ਰੂਪੀ ਪਿਆਸ ਵੀ ਨਹੀਂ ਜਾਂਦੀ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅਨ ਰਸ ਸਭ ਵੀਸਰੇ, ਜਾ ਹਰ ਵਸੈ ਮਨ ਆਏ। ਜਦੋਂ ਹਰ ਵਸੇਗਾ ਨਾ ਮਨ ਵਿੱਚ ਆ ਕੇ, ਜਦੋਂ ਰਸਨਾ ਨੂੰ ਨਾਮ ਰਸ ਪ੍ਰਾਪਤ ਹੋਵੇਗਾ, ਫਿਰ ਪਦਾਰਥਾਂ ਦੇ ਰਸਾਂ ਦਾ ਖਹਿੜਾ ਛੁੱਟੇਗਾ। ਫਿਰ ਪਦਾਰਥਾਂ ਦੇ ਰਸਾਂ ਵਿੱਚ ਨਹੀਂ ਲਲਚਾਵੇਗੀ। ਜਦੋਂ ਹਿਰਦੇ ਵਿੱਚ ਨਾਮ ਦਾ ਰਸ ਪ੍ਰਾਪਤ ਹੋਵੇਗਾ, ਮਹਾਰਾਜ ਕਹਿੰਦੇ ਫਿਰ ਇਹ ਪਦਾਰਥਾਂ, ਮਾਇਆ ਦੀ ਜੋ ਤ੍ਰਿਸ਼ਨਾ, ਇਹਦੀ ਨਿਵਰਤੀ ਤਾਂ ਹੋਵੇਗੀ। ਨਹੀਂ ਤਾਂ ਪਿਆਸ ਬਣੀ ਹੋਈ ਹੈ, ਭੁੱਖ ਬਣੀ ਹੋਈ ਹੈ।
ਮਨ ਨੂੰ ਭੁੱਖ ਲੱਗੀ ਹੋਈ ਹੈ, ਮਨ ਨੂੰ ਪਿਆਸ ਲੱਗੀ ਹੋਈ ਹੈ, ਕੱਲੇ ਕੱਲੇ ਇੰਦਰੀਏ ਨੂੰ ਪਿਆਸ ਲੱਗੀ ਹੋਈ ਹੈ। ਨਾ ਅੱਖਾਂ ਰੱਜਦੀਆਂ, ਨਾ ਕੰਨ ਰੱਜਦੇ, ਨਾ ਜੀਭ ਰੱਜਦੀ, ਨਾ ਚਮੜੀ ਰੱਜਦੀ, ਨਾ ਨਾਸਕਾਂ ਰੱਜਦੀਆਂ। ਇਹ ਸਾਰੇ ਹੀ ਨਹੀਂ ਰੱਜਦੇ, ਨਾ ਮਨ ਰੱਜਦਾ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਤ੍ਰਿਸ਼ਨਾਲੂ ਭੁੱਖੇ ਜੀਵ ਦੀ ਪਦਾਰਥਾਂ ਦੀ ਭੁੱਖ ਉਤਰਦੀ ਨਹੀਂ ਹੈ, ਭਾਵੇਂ ਪੁਰੀਆਂ ਦੇ ਭਾਰ ਪੰਡਾਂ ਬੰਨ੍ਹ ਕੇ ਦੇ ਦਈਏ। ਸਾਰੀ ਦੁਨੀਆ ਦੇ 4 ਕੁੰਟਾਂ ਦੇ ਪਦਾਰਥਾਂ ਦੀਆਂ ਪੰਡਾਂ ਬੰਨ੍ਹ ਕੇ ਦੇ ਦਈਏ। ਮਾਤ ਲੋਕ ਦੀ ਵੀ ਸਾਰੀ ਮਾਇਆ ਇਹਨੂੰ ਦੇ ਦਿੱਤੀ ਜਾਵੇ। ਹੋਰ ਜਿਹੜੀਆਂ ਪੁਰੀਆਂ ਹਨ, ਇੰਦਰਪੁਰੀ, ਸ਼ਿਵਪੁਰੀ, ਬ੍ਰਹਮਪੁਰੀ, ਉਹਨਾਂ ਪੁਰੀਆਂ ਦੇ ਪਦਾਰਥ ਵੀ ਦੇ ਦਿੱਤੇ ਜਾਣ, ਦੇਵਤਿਆਂ ਦੀਆਂ ਪੁਰੀਆਂ ਦੇ ਪਦਾਰਥ ਵੀ, ਫਿਰ ਵੀ ਤ੍ਰਿਸ਼ਨਾਲੂ ਭੁੱਖੇ ਦੀ ਭੁੱਖ ਨਹੀਂ ਉਤਰਦੀ ਹੈ, ਭੁੱਖ ਫਿਰ ਵੀ ਬਣੀ ਰਹਿੰਦੀ ਹੈ। ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਕੁਝ ਐਸਾ ਵੀ ਕਥਨ ਕੀਤਾ ਹੈ ਆਪਣੀ ਰਸਨਾ ਤੋਂ, ਆਪਣੀ ਬਾਣੀ ਦੇ ਵਿੱਚ। ਉਹ ਕਹਿੰਦੇ ਹਨ ਕਿ ਅੱਖਾਂ ਵੇਖ ਵੇਖ ਕੇ ਨਹੀਂ ਰੱਜਦੀਆਂ, ਕੰਨ ਸੁਣ ਸੁਣ ਕੇ ਨਹੀਂ ਰੱਜਦੇ, ਨਾਸਕਾਂ ਸੁਗੰਧੀ ਲੈ ਲੈ ਕੇ ਨਹੀਂ ਰੱਜਦੀਆਂ, ਇਸੇ ਤਰ੍ਹਾਂ ਸਵਾਦ ਲੈ ਲੈ ਕੇ ਜੀਭ ਨਹੀਂ ਰੱਜਦੀ। ਇਹ ਸਾਰੇ ਹੀ ਨੇ, ਮਨ ਵੀ ਨਹੀਂ ਰੱਜਦਾ ਇਹ ਪਦਾਰਥਾਂ ਦੇ ਵਿੱਚ। ਭਾਈ ਸਾਹਿਬ ਇਸ ਤਰ੍ਹਾਂ ਕਹਿੰਦੇ ਹਨ, ਸ੍ਰੀਮਾਨ ਭਾਈ ਗੁਰਦਾਸ ਜੀ। ਅੱਖੀਂ ਵੇਖ ਨਾ ਰੱਜੀਆਂ, ਅੱਖੀਂ ਵੇਖ ਨਾ ਰੱਜੀਆਂ, ਅੱਖੀਂ ਵੇਖ ਨਾ ਰੱਜੀਆਂ, ਅੱਖੀਂ ਵੇਖ ਨਾ ਰੱਜੀਆਂ। ਬਹੁ ਰੰਗ ਤਮਾਸੇ, ਬਹੁ ਰੰਗ ਤਮਾਸੇ, ਰੰਗ ਤਮਾਸੇ, ਬਹੁ ਰੰਗ ਤਮਾਸੇ। ਅੱਖੀਂ ਵੇਖ ਨਾ ਰੱਜੀਆਂ, ਅੱਖੀਂ ਵੇਖ ਨਾ ਰੱਜੀਆਂ, ਅੱਖੀਂ ਵੇਖ ਨਾ ਰੱਜੀਆਂ, ਅੱਖੀਂ ਵੇਖ ਨਾ ਰੱਜੀਆਂ। ਬਹੁ ਰੰਗ ਤਮਾਸੇ, ਬਹੁ ਰੰਗ ਤਮਾਸੇ, ਬਹੁ ਰੰਗ ਤਮਾਸੇ, ਬਹੁ ਰੰਗ ਤਮਾਸੇ। ਉਸਤਤ ਨਿੰਦਾ ਕੰਨ ਸੁਣ, ਉਸਤਤ ਨਿੰਦਾ ਕੰਨ ਸੁਣ, ਉਸਤਤ ਨਿੰਦਾ ਕੰਨ ਸੁਣ, ਉਸਤਤ ਨਿੰਦਾ ਕੰਨ ਸੁਣ। ਰੋਵਣ ਤੇ ਹਾਸੇ, ਰੋਵਣ ਤੇ ਹਾਸੇ, ਰੋਵਣ ਤੇ ਹਾਸੇ, ਰੋਵਣ ਤੇ ਹਾਸੇ। ਅੱਖਾਂ ਕਹਿੰਦੇ ਵੀ ਰੰਗ ਤਮਾਸ਼ੇ ਵੇਖ ਵੇਖ ਕੇ ਨਹੀਂ ਰੱਜੀਆਂ, ਤੇ ਕੰਨ ਜਿਹੜੇ ਹਨ ਉਸਤਤ ਨਿੰਦਾ ਕੰਨ ਸੁਣ, ਰੋਵਣ ਤੇ ਹਾਸੇ। ਉਸਤਤੀ ਨਿੰਦਿਆ ਸੁਣ ਸੁਣ ਕੇ ਰੋਣਾ, ਹੱਸਣਾ ਸੁਣ ਸੁਣ ਕੇ ਕੰਨ ਨਹੀਂ ਰੱਜੇ। ਸਾਦੀ ਜੀਭ ਨਾ ਰੱਜੀਆ, ਕਰ ਭੋਗ ਬਿਲਾਸੇ। ਪਦਾਰਥਾਂ ਨੂੰ ਭੋਗ ਭੋਗ ਕੇ, ਸਵਾਦਾਂ ਨੂੰ ਚੱਖ ਚੱਖ ਕੇ ਜੀਭ ਨਹੀਂ ਰੱਜੀ। ਨੱਕ ਨਾ ਰੱਜਾ ਵਾਸ ਲੈ, ਦੁਰਗੰਧ ਸੁਵਾਸੇ। ਕਿੰਨੀ ਦੁਰਗੰਧੀ ਸੁਗੰਧੀ ਨਾਕਣੇ ਲਈ ਇਹ ਨਹੀਂ ਰੱਜਿਆ। ਨੱਕ ਨਾ ਰੱਜਾ ਵਾਸ ਲੈ, ਦੁਰਗੰਧ ਸੁਵਾਸੇ। ਰੱਜ ਨਾ ਕੋਈ ਜੀਵਿਆ, ਕੂੜੇ ਪ੍ਰਵਾਸੇ। ਪੀਰ ਮੁਰੀਦਾਂ ਪਿਰਹੜੀ, ਸੱਚੀ ਰਹਿ ਰਾਸੇ। ਰੱਜਿਆ ਕੌਣ ਆ? ਕਹਿੰਦੇ ਵੀ ਜਿਨ੍ਹਾਂ ਮੁਰੀਦਾਂ ਦੀ ਆਪਣੇ ਪੀਰ ਦੇ ਨਾਲ ਸੱਚੀ ਪ੍ਰੀਤ ਹੈ, ਪੀਰ ਦੀ ਗੁਰੂ ਦੀ ਦੱਸੀ ਹੋਈ ਸੱਚੀ ਮਰਿਆਦਾ ਦੇ ਵਿੱਚ ਚੱਲਦੇ, ਉਹ ਰੱਜੇ। ਨਹੀਂ ਤਾਂ ਇਹ ਭੁੱਖ ਉਤਰਦੀ ਨਹੀਂ ਹੈ। ਕਿਉਂਕਿ ਕਈ ਭੁੱਖਾਂ ਲੱਗੀਆਂ, ਹੁਣ ਭੁੱਖ ਇੱਕ ਹੋਵੇ ਤੇ ਫੇਰ ਕਿੰਨੀਆਂ ਭੁੱਖਾਂ। ਮਨ ਦੀ ਭੁੱਖ ਵੱਖਰੀ, ਅੱਖਾਂ ਦੀ ਵੱਖਰੀ, ਕੰਨਾਂ ਦੀ ਵੱਖਰੀ, ਨੱਕ ਦੀ ਵੱਖਰੀ, ਜੀਭ ਦੀ ਵੱਖਰੀ, ਚਮੜੀ ਦੀ ਭੁੱਖ ਵੱਖਰੀ। ਇਸ ਨੂੰ ਬਾਣੀ ਚ ਆਖਿਆ ਸ਼ਬਦ ਸਪਰਸ਼ ਰੂਪ ਰਸ ਗੰਧ। ਇਸ ਨੂੰ ਭਗਤ ਰਵਿਦਾਸ ਸਾਹਿਬ ਜੀ ਨੇ ਆਖਿਆ
ਵੀ ਇੱਕ ਇੱਕ ਜੀਵ ਨੂੰ ਇੱਕ ਇੱਕ ਚਸਕਾ ਸੀ, ਇੱਕ ਇੱਕ ਭੁੱਖ ਸੀ ਇੱਕ ਇੱਕ ਨੂੰ, ਤੇ ਉਹ ਇੱਕ ਇੱਕ ਭੁੱਖ ਨੇ ਮਾਰ ਦਿੱਤਾ। ਤੇ ਬੰਦੇ ਦੇ ਵਿੱਚ ਤੇ ਸਾਰੀਆਂ ਹੀ ਭੁੱਖਾਂ। ਭਗਤ ਰਵਿਦਾਸ ਸਾਹਿਬ ਜੀ ਦਾ ਵਚਨ ਹੈ, ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਪੰਜਾਂ ਦਾ ਜ਼ਿਕਰ ਕੀਤਾ। ਏਕ ਦੋਖ ਵਿਨਾਸ਼, ਇੱਕ ਇੱਕ ਦੋਸ਼ ਨੇ ਵਿਨਾਸ਼ ਕਰ ਦਿੱਤਾ। ਮ੍ਰਿਗ ਨੂੰ ਇੱਕ ਭੁੱਖ ਸੀ, ਮਿਰਗ ਨੂੰ ਕੰਨਾਂ ਦੀ। ਉਹ ਸ਼ਿਕਾਰੀ ਨੇ ਘੜੇ ਜਿਹੇ ਦੇ ਵਿੱਚ ਮੋਰ ਦੇ ਖੰਭ ਪਾ ਕੇ ਉਹ ਘੰਡੇੜੇ ਦੀ ਆਵਾਜ਼, ਘੰਡੇੜੇ ਦਾ ਸ਼ਬਦ ਜਦੋਂ ਸੁਣਾਇਆ, ਉਹਦੇ ਤੇ ਉਹ ਆਵਾਜ਼ ਸੁਣਦਾ ਸੁਣਦਾ ਐਸਾ ਕੰਨ ਰਸ ਹਿਰਨ ਨੂੰ ਪਿਆ ਕਿ ਉਹ ਮਸਤ ਹੋ ਗਿਆ। ਸ਼ਿਕਾਰੀ ਵੱਲ ਨੂੰ ਆਪ ਹੀ ਤੁਰਿਆ ਆਇਆ। ਸ਼ਿਕਾਰੀ ਨੇ ਫੜ ਕੇ ਤੇ ਹਿਰਨ ਨੂੰ ਮਾਰ ਲਿਆ। ਇੱਕ ਕੰਨਾਂ ਦੇ ਕਰਕੇ ਹਿਰਨ ਮਾਰਿਆ ਗਿਆ। ਮੀਨ, ਮੱਛੀ ਨੂੰ ਇੱਕ ਜੀਭ ਦਾ ਚਸਕਾ ਸੀ, ਤੇ ਮਛੇਰੇ ਨੇ ਕੁੰਡੀ ਦੇ ਅੱਗੇ ਥੋੜਾ ਜਿਹਾ ਆਟਾ ਲਾ ਕੇ ਕੁੰਡੀ ਸੁੱਟੀ ਆ ਪਾਣੀ ਦੇ ਵਿੱਚ, ਉਹਨੂੰ ਖਾਣ ਵਾਸਤੇ ਆਈ ਆ ਤੇ ਗਲੇ 'ਚ ਕੁੰਡੀ ਫਸਾ ਕੇ ਬਹਿ ਗਈ। ਜਾਂ ਨਿੱਕਾ ਜਿਹਾ ਮਾਸ ਦਾ ਟੁਕੜਾ ਲਾ ਕੇ ਸੁੱਟ ਦਿੰਦੇ, ਮਾਰੀ ਗਈ ਮੱਛੀ। ਆਪ ਖਾਣ ਵਾਸਤੇ ਆਈ ਸੀ, ਆਪ ਕਿਸੇ ਦਾ ਖਾਣਾ ਬਣ ਗਈ। ਭ੍ਰਿੰਗ, ਭੌਰਾ, ਉਹਨੂੰ ਨਾਸਕਾਂ ਦਾ ਚਸਕਾ। ਫੁੱਲਾਂ ਦੇ ਉੱਤੇ ਗੁੰਜਾਰਾ ਪਾਉਂਦਾ, ਫੁੱਲ ਦੀ ਪਰਿਕਰਮਾ ਕਰਦਾ ਕਰਦਾ ਫੁੱਲ ਵਿੱਚੋਂ ਸੁਗੰਧੀ ਲੈਂਦਾ ਲੈਂਦਾ ਵਿੱਚੇ ਹੀ ਖੁੱਭ ਗਿਆ। ਜਿੰਨਾ ਚਿਰ ਤੇ ਸੂਰਜ ਚੜ੍ਹਿਆ ਹੋਇਆ ਸੀ, ਫੁੱਲ ਖਿੜਿਆ ਸੀ। ਸੂਰਜ ਅਸਤ ਹੋਇਆ, ਫੁੱਲ ਬੰਦ ਹੋਇਆ, ਭੌਰੇ ਹੋਣੀ ਵਿੱਚੇ ਹੀ ਬੰਦ ਹੋ ਗਏ। ਵਿੱਚੇ ਹੀ ਸਾਹ ਘੁੱਟਤਾ ਉਹਦਾ ਫੁੱਲ ਨੇ। ਉਹ ਨਾਸਕਾਂ ਦਾ ਚਸਕਾ ਸੀ, ਫੁੱਲ ਦੇ ਵਿੱਚ ਹੀ ਬੰਦ ਹੋ ਗਿਆ। ਤੇ ਸਵੇਰੇ ਮਾਲੀ ਨੇ ਤਰੇਲੇ ਤਰੇਲੇ ਹੀ ਫੁੱਲ ਜਿਹੜੇ ਸੀ ਉਹ ਤੋੜ ਲਏ, ਹਾਰ ਪਰੋ ਦਿੱਤਾ ਤੇ ਵਿੱਚ ਦੀ ਧਾਗਾ ਸੂਈ ਦੇ ਨਾਲ ਨਿਗਾਹ ਦਿੱਤਾ। ਭੌਰਾ ਵਿੱਚ ਹੀ ਪਰੋਇਆ ਗਿਆ। ਜਿਹਨੇ ਅਤਰ ਕੱਢਣਾ ਸੀ ਉਹਨੇ ਕੜਾਹੀ 'ਚ ਪਾ ਕੇ ਤੇ ਫੁੱਲਾਂ ਦਾ ਰਸ ਕੱਢ ਲਿਆ, ਅਤਰ ਕੱਢ ਲਿਆ, ਸੈਂਟ ਦੀ ਸੀਸੀ ਬਣਾ ਲਈ। ਭੌਰੇ ਦਾ ਵੀ ਵਿੱਚ ਹੀ ਸੈਂਟ ਬਣ ਗਿਆ। ਭੌਰਾ ਵਿੱਚ ਹੀ ਖਤਮ ਹੋ ਗਿਆ। ਕਾਹਦੇ ਕਰਕੇ? ਨਾਸਕਾਂ ਦੇ ਰਸ ਕਰਕੇ। ਪਤੰਗ, ਪਤੰਗਾ, ਪਤੰਗੇ ਨੂੰ ਅੱਖਾਂ ਦਾ ਦੋਸ਼, ਵੇਖਣ ਦਾ। ਉਹ ਦੀਵੇ ਦੀ ਲਾਟ ਨੂੰ ਵੇਖਦਾ ਵੇਖਦਾ ਨਾ ਅੱਗ ਨੂੰ, ਦੀਵੇ ਦੀਆਂ ਪਰਿਕਰਮਾ ਕਰਦਾ ਕਰਦਾ ਤੇ ਦੀਵੇ ਦੀ ਲਾਟ ਉੱਤੇ ਹੀ ਸੜ ਕੇ ਮੱਚ ਗਿਆ ਪਤੰਗਾ, ਭੰਬਟ। ਪਰ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਹੋਰ ਵੀ ਗੱਲ ਕੀਤੀ। ਉਹ ਕਹਿੰਦੇ ਪਤੰਗਾ ਤੇ ਫਿਰ ਵੀ ਅਸਲੀ ਲਾਟ ਤੇ ਸੜ ਕੇ ਮਰਦਾ, ਬੰਦਾ ਤੇ ਨਕਲੀ ਲਾਟ ਤੇ ਸੜ ਸੜ ਮਰੀ ਜਾਂਦਾ। ਇਹ ਸਾਰੀ ਦਿਹਾੜੀ ਨਕਲੀ ਤਸਵੀਰਾਂ ਵੇਖ ਵੇਖ ਕੇ ਹੀ ਮਰੀ ਖਪੀ ਜਾਂਦਾ। ਉਹ ਤੇ ਅਸਲੀ ਲਾਟ ਤੇ ਮਰਿਆ ਨਾ, ਇਹ ਨਕਲੀ ਤਸਵੀਰਾਂ ਹੀ ਵੇਖੀ ਜਾਂਦਾ। ਸਭ ਪਾਸੇ ਨਕਲੀ ਤਸਵੀਰਾਂ ਹੀ ਆ, ਹੁਣ ਅਸਲ ਤੇ ਉਹਦੇ ਵਿੱਚ ਹੈ ਕੋਈ ਨਹੀਂ। ਉਹਨੂੰ ਵੇਖ ਵੇਖ ਕੇ ਹੀ ਪਰੇਸ਼ਾਨ ਹੋਈ ਜਾਂਦਾ ਨਕਲੀ ਤਸਵੀਰਾਂ ਤੇ। ਤੋ ਇਸ ਤਰ੍ਹਾਂ ਉਹ ਪਤੰਗਾ ਜਿਹੜਾ ਸੀ ਦੀਵੇ ਦੀ ਲਾਟ ਤੇ ਮਾਰਿਆ। ਪੰਜਵੀਂ ਗੱਲ ਕੀਤੀ ਕੁੰਚਰ, ਹਾਥੀ। ਉਹਨੂੰ ਸੀ ਕਾਮ ਦਾ ਦੋਸ਼। ਉਹ ਫਿਰ ਹਾਥੀ ਨੂੰ ਫੜਨ ਵਾਲੇ ਜਿਹੜੇ ਆ ਉਹ ਨਕਲੀ ਹਥਨੀ ਬਣਾ ਲੈਂਦੇ, ਕਲਬੂਤ ਬਣਾ ਲੈਂਦੇ ਹਥਨੀ ਦਾ, ਕਾਗਜ਼ਾਂ ਦੀ ਹਥਨੀ। ਹਾਥੀ ਨੂੰ ਲੱਗਦਾ ਵੀ ਹਥਨੀ, ਪਹਿਲਾਂ ਟੋਆ ਪੁੱਟ ਲੈਂਦੇ ਡੂੰਘਾ, ਉਹਦੇ ਤੇ ਉਹ ਨਕਲੀ ਜੀ ਪੋਲੀ ਜੀ ਛੱਤ ਪਾ ਲੈਂਦੇ ਕਾਨਿਆਂ ਦੀ, ਵੀ ਜਦੋਂ ਹਾਥੀ ਉੱਤੇ ਆਵੇਗਾ ਤੇ ਫੜਾ ਕਰਕੇ ਵਿੱਚ ਡਿੱਗੇਗਾ। ਉੱਤੇ ਉਹ ਕਲਬੂਤ ਬਣਾਇਆ ਹੁੰਦਾ ਹਥਨੀ ਦਾ, ਕਾਲਬੂਤ ਕੀ ਹਸਤਨੀ ਮਨ ਬੌਰਾ ਰੇ। ਉਹਨੂੰ ਵੇਖ ਕੇ ਭੱਜਾ ਆਉਂਦਾ ਕਾਮ ਦੇ ਵਿੱਚ ਗਲਤਾਨ, ਤੇ ਆ ਕੇ ਟੋਏ 'ਚ ਡਿੱਗ ਪੈਂਦਾ। ਅੰਕਸ ਸਹਿਓ ਸੀਸ, ਕਾਮ ਸੁਆਏ ਗਜ ਬਸ ਪਰੇ ਮਨ ਬੌਰਾ ਰੇ। ਅੰਕਸ ਸਹਿਓ ਸੀਸ, ਕਾਮ ਦੇ ਅਧੀਨ ਹੋਇਆ ਕਿੱਡਾ ਵੱਡਾ ਹਾਥੀ ਆ, ਜਿਹਨੂੰ 1000 ਬੰਦਾ ਨਹੀਂ ਕਾਬੂ ਕਰ ਸਕਦਾ। ਪਰ ਕਾਮ ਦੇ ਅਧੀਨ ਹੋ ਕਰਕੇ ਉਹ ਟੋਏ 'ਚ ਆ ਕੇ ਡਿੱਗ ਪਿਆ। ਫਿਰ ਟੋਏ 'ਚ ਉਹਨਾਂ ਚਿਰ ਉਹਨੂੰ ਬਾਹਰ ਨਹੀਂ ਕੱਢਦੇ ਹਾਥੀ ਫੜਨ ਵਾਲੇ, ਜਿੰਨਾ ਚਿਰ ਆਪਣੀ ਪੜ੍ਹਾਈ ਪੜ੍ਹਾ ਨਹੀਂ ਲੈਂਦੇ।
ਆਪਣੀ ਪੜ੍ਹਾਈ ਚੰਗੀ ਤਰ੍ਹਾਂ ਪੜ੍ਹਾ ਕੇ ਉਹ ਕਹਿੰਦੇ ਆ ਵੀ ਬਹਿ ਤੇ ਬਹਿੰਦਾ ਫਿਰ, ਕਹਿੰਦੇ ਆ ਉੱਠ ਤੇ ਉੱਠਦਾ ਫਿਰ, ਕਹਿੰਦੇ ਵੀ ਸੱਜੇ ਹੋ ਖੱਬੇ ਹੋ, ਅਗਲੇ ਪੈਰ ਨੀਵੇਂ ਕਰ, ਪਿਛਲੇ ਨੀਵੇਂ ਕਰ, ਸੁੰਡ ਦੇ ਨਾਲ ਸਾਨੂੰ ਉੱਤੇ ਚੜਾ। ਤੇ ਫਿਰ ਏਡਾ ਵੱਡਾ ਹਾਥੀ ਹੈ, ਉਹਨੂੰ ਬਾਜ਼ਾਰਾਂ 'ਚ ਲਈ ਫਿਰਦੇ, ਉਹਨੂੰ ਪਿੰਡਾਂ 'ਚ ਲਈ ਫਿਰਦੇ, ਉਹਨੂੰ ਸ਼ਹਿਰਾਂ 'ਚ ਲਈ ਫਿਰਦੇ ਆ। ਉਹ ਮੰਗਣ ਵਾਲੇ ਆਉਂਦੇ ਹੁੰਦੇ ਕਦੇ ਕਦੇ, ਉਹਨਾਂ ਨੇ ਹਾਥੀ ਨੂੰ ਪਹਿਲੋਂ ਜੰਗਲ 'ਚੋਂ ਫੜਿਆ, ਫਿਰ ਆਪਣੀ ਪੜ੍ਹਾਈ ਚੰਗੀ ਤਰ੍ਹਾਂ ਉਹਨੂੰ ਸਿਖਾਈ, ਤੇ ਫਿਰ ਉਹ ਵੇਖੋ ਏਡਾ ਵੱਡਾ ਹਾਥੀ ਹੈ ਤੇ ਲੋਹੇ ਦਾ ਕੁੰਡਾ ਆਪਣੇ ਸਿਰ ਵਿੱਚ ਸਹਾਰਦਾ, ਅੰਕਸ ਸਹਿਓ ਸੀਸ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਇੱਕ ਕਾਮ ਕਰਕੇ ਵਸ ਹੋ ਗਿਆ। ਇਹਨਾਂ ਪੰਜਾਂ ਵਿੱਚ ਇੱਕ ਇੱਕ ਦੋਸ਼ ਸੀ, ਕਹਿੰਦੇ ਮਨੁੱਖ ਵਿੱਚ ਤਾਂ ਪੰਜੇ ਹੀ ਆ। ਇਹਨੂੰ ਜੀਭ ਦਾ ਵੀ ਚਸਕਾ, ਇਹਨੂੰ ਨਾਸਕਾਂ ਦਾ ਚਸਕਾ, ਇਹਨੂੰ ਅੱਖਾਂ ਤੋਂ ਵੇਖਣ ਦਾ ਚਸਕਾ, ਇਹਨੂੰ ਕੰਨਾਂ ਤੋਂ ਸੁਣਨ ਦਾ ਚਸਕਾ, ਇਹਨੂੰ ਚਮੜੀ ਦੀ ਸਪਰਸ਼ਤਾ ਦਾ ਚਸਕਾ, ਇਹਨੂੰ ਸਾਰੇ ਇਹਦੇ 'ਚ ਕਾਮ ਵੀ, ਕ੍ਰੋਧ ਵੀ, ਲੋਭ ਵੀ, ਮੋਹ ਵੀ, ਹੰਕਾਰ ਵੀ, ਸ਼ਬਦ ਵੀ, ਸਪਰਸ਼, ਰੂਪ, ਰਸ, ਗੰਧ ਸਾਰੇ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾ ਮਹਿ ਤਾਕੀ ਕੇਤਕ ਆਸ। ਕਹਿੰਦੇ ਜਿਹਦੇ ਵਿੱਚ ਇਹ ਅਸਾਧ ਪੰਜ ਦੋਸ਼ ਵਾ, ਉਹਦੀ ਫਿਰ ਬਚਨ ਦੀ ਆਸ ਕਿਸ ਤਰ੍ਹਾਂ? ਇੰਨੀਆਂ ਭੁੱਖਾਂ ਇਹਨੂੰ, ਇੰਨੀਆਂ ਭੁੱਖਾਂ। ਜਿਨ੍ਹਾਂ ਭੁੱਖਾਂ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਨੇ ਕੀਤਾ, ਜਿਸ ਪੌੜੀ ਦੀ ਆਪਾਂ ਵਿਚਾਰ ਸਾਂਝੇ ਕੀਤੀ, ਇਹ ਸਾਰੀਆਂ ਭੁੱਖਾਂ ਕਿਵੇਂ ਦੂਰ ਹੋਣਗੀਆਂ? ਮਨ ਦੀ ਭੁੱਖ, ਇੰਦਰੀਆਂ ਦੀ ਭੁੱਖ। ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਸਿੱਧੋ, ਇਹ ਸ਼ਬਦ ਦੇ ਨਾਲ ਜੁੜ ਕਰਕੇ, ਸ਼ਬਦ ਦੇ ਰਸ ਦੇ ਨਾਲ ਹੀ ਇਹ ਤ੍ਰਿਪਤੀ ਆਉਂਦੀ ਹੈ। ਮਨ ਤੇ ਤਨ ਦੀਆਂ ਭੁੱਖਾਂ ਦੂਰ ਹੁੰਦੀਆਂ। ਸ਼ਬਦ ਦੇ ਰਸ ਤੋਂ ਬਿਨਾਂ ਨਾ ਤੇ ਹਉਮੈ ਜਾਂਦੀ ਆ ਤੇ ਨਾ ਪਿਆਸ ਹੀ ਜਾਂਦੀ, ਨਾ ਤ੍ਰਿਸ਼ਨਾ ਦੀ ਪਿਆਸ ਹੀ ਦੂਰ ਹੁੰਦੀ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਆਨੰਦ ਸਾਹਿਬ ਦੇ ਵਿੱਚ ਫਰਮਾਇਆ, ਮਹਾਰਾਜ ਕਹਿੰਦੇ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ। ਕਦੋਂ? ਜਦੋਂ ਸੱਚੇ ਨਾਮ ਦਾ ਆਸਰਾ ਲੈ ਲੈਂਦਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਉਥੇ ਇੱਕ ਭੁੱਖ ਨਹੀਂ ਆਖਿਆ ਇੱਕ ਭੁੱਖ ਗਵਾਈ, ਆਖਿਆ ਭੁੱਖਾਂ ਸਭ ਗਵਾਈਆਂ। ਸਾਰੀਆਂ ਭੁੱਖਾਂ ਗਵਾਚ ਜਾਂਦੀਆਂ ਜਦੋਂ ਸੱਚੇ ਨਾਮ ਦਾ ਆਸਰਾ ਮਿਲ ਜਾਂਦਾ ਹੈ। ਤਾਂ ਹੀ ਹਉਮੈ ਦੂਰ ਹੁੰਦੀ ਹੈ, ਤਾਂ ਹੀ ਫਿਰ ਪਿਆਸ, ਪਿਆਸ ਤ੍ਰਿਸ਼ਨਾ ਦੀ ਜਿਹੜੀ ਪਿਆਸ ਹੈ, ਇਹ ਪਿਆਸ ਨਿਵਰਤ ਹੁੰਦੀ ਹੈ। ਸਬਦ ਰਤੇ ਅੰਮ੍ਰਿਤ ਰਸ ਪਾਇਆ। ਸਿੱਧੋ ਜਿਹੜੇ ਗੁਰੂ ਕੇ ਸ਼ਬਦ ਨਾਲ ਰੰਗੇ ਗਏ ਨਾ, ਗੁਰੂ ਕੇ ਉਪਦੇਸ਼ ਵਿੱਚ ਰੰਗੇ ਗਏ, ਜਾ ਕਉ ਹਰ ਰੰਗ ਲਾਗੋ ਇਸ ਯੁਗ ਮਹਿ। ਜਿਨ੍ਹਾਂ ਨੂੰ ਇਸ ਯੁੱਗ ਦੇ ਵਿੱਚ ਨਾਮ ਦਾ ਰੰਗ ਲੱਗਾ ਹੈ, ਗੁਰੂ ਕੇ ਸ਼ਬਦ ਦਾ ਪ੍ਰੇਮ ਲੱਗਾ ਹੈ, ਉਹ ਫਿਰ ਸੂਰਮਾ ਬਣ ਜਾਂਦਾ ਹੈ। ਸੋ ਕਹੀਅਤ ਹੈ ਸੂਰਾ। ਸੂਰਮਾ ਕਿਹੜਾ ਬਣ ਜਾਂਦਾ? ਮਨ ਨੂੰ ਜਿੱਤਣ ਵਾਲਾ। ਸੂਰਮੇ ਬਹੁਤ ਹੋਏ ਆ ਜਿਨ੍ਹਾਂ ਨੇ ਵੱਖ-ਵੱਖ ਇਲਾਕੇ ਜਿੱਤੇ, ਰਾਜੇ ਜਿੱਤੇ, ਪਰ ਮਨ ਦੇ ਅੱਗੇ ਹਾਰ ਜਾਂਦੇ ਰਹੇ। ਮਹਾਰਾਜ ਕਹਿੰਦੇ ਵੀ ਜਿਸ ਨੂੰ ਨਾਮ ਦਾ ਰੰਗ ਲੱਗੇ ਉਹ ਸੂਰਮਾ ਬਣਦਾ, ਮਨ ਨੂੰ ਜਿੱਤਣ ਵਾਲਾ। ਕਿਉਂਕਿ ਮਨ ਜਿੱਤਣਾ ਹੀ ਔਖਾ ਹੈ। ਮਨ ਨੂੰ ਜਿੱਤਣਾ ਇੰਨਾ ਹੈ ਜਿਵੇਂ ਜੱਗ ਨੂੰ ਜਿੱਤਣਾ। ਜਿਸ ਨੇ ਮਨ ਨੂੰ ਜਿੱਤ ਲਿਆ, ਮਹਾਰਾਜ ਕਹਿੰਦੇ ਉਹਨੇ ਸਾਰੇ ਸੰਸਾਰ ਨੂੰ ਜਿੱਤ ਲਿਆ। ਤੇ ਜਿਸ ਨੇ ਭਾਵੇਂ ਸੰਸਾਰ ਜਿੱਤ ਲਿਆ, ਪਰ ਜੇ ਮਨ ਨਹੀਂ ਜਿੱਤਿਆ ਗਿਆ ਤੇ ਜਾਣੋ ਕੁਝ ਵੀ ਨਹੀਂ ਜਿੱਤਿਆ। ਮਨ ਜੀਤੈ ਜਗ ਜੀਤ। ਆਤਮ ਜਿਣੈ ਸਗਲ ਵਸਤਾ ਕੇ ਜਾ ਕਾ ਸਤਿਗੁਰ ਪੂਰਾ। ਜਿਸ ਨੂੰ ਨਾਮ ਦਾ ਰੰਗ ਲੱਗਦਾ ਏ ਉਹ ਮਨ ਨੂੰ ਜਿੱਤ ਲੈਂਦਾ, ਫਿਰ ਸਾਰੇ ਇੰਦਰੀਏ ਉਹਦੇ ਵਸ ਵਿੱਚ ਹੋ ਜਾਂਦੇ। ਕਿਉਂਕਿ ਮਨ ਕਰਕੇ ਹੀ ਅੱਗੇ ਇੰਦਰੀਏ ਕੰਮ ਕਰਦੇ ਨੇ, ਚੱਲਦੇ। ਆਤਮ ਜਿਣੈ ਸਗਲ ਵਸਤਾ ਕੇ ਜਾ ਕਾ ਸਤਿਗੁਰ ਪੂਰਾ। ਪਰ ਕੌਣ ਜਿੱਤਦਾ ਹੈ ਮਨ ਨੂੰ? ਕੌਣ ਕਰਦਾ ਹੈ ਕਾਬੂ ਇੰਦਰੀਆਂ ਨੂੰ? ਇੰਦਰੀ ਜਿੱਤ ਕੌਣ ਬਣਦਾ? ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਮਹਾਰਾਜ ਕਹਿੰਦੇ ਜਾ ਕਾ ਸਤਿਗੁਰ ਪੂਰਾ, ਜਿਹਦਾ ਪੂਰਾ ਸਤਿਗੁਰੂ ਹੈ, ਜਿਹੜਾ ਪੂਰੇ ਸਤਿਗੁਰੂ ਦੇ ਸ਼ਬਦ ਵਿੱਚ ਰੰਗਿਆ ਗਿਆ, ਸ਼ਬਦ ਦਾ ਰੰਗ ਲੱਗ ਗਿਆ। ਜਿਸ ਨੂੰ ਰੰਗ ਕਈ ਤਰ੍ਹਾਂ ਦੇ ਆ, ਇੱਕ ਮਾਇਆ ਦਾ ਰੰਗ, ਪਦਾਰਥਾਂ ਦਾ ਰੰਗ, ਇੱਕ ਨਾਮ ਦਾ ਰੰਗ। ਪਰ ਮਹਾਰਾਜ ਨੇ ਆਖਿਆ ਇੱਕ ਕੱਚਾ ਰੰਗ, ਇੱਕ ਪੱਕਾ ਰੰਗ। ਮਾਇਆ ਦਾ ਰੰਗ ਗੁਰਬਾਣੀ 'ਚ ਆਖਿਆ ਕੱਚਾ ਰੰਗ। ਮਾਇਆ ਦਾ ਵੀ ਰੰਗ ਆ,
ਬੜੇ ਰੰਗ ਵਿਖਾਉਂਦੀ ਮਾਇਆ। ਤੇ ਜਿਹੜਾ ਨਾਮ ਦਾ ਰੰਗ ਆ, ਇਸ ਨੂੰ ਬਾਣੀ ਵਿੱਚ ਪੱਕਾ ਰੰਗ ਆਖਿਆ, ਇਸ ਨੂੰ ਮਜੀਠੀ ਰੰਗ ਆਖਿਆ, ਮਾਇਆ ਦੇ ਰੰਗ ਨੂੰ ਕੁਸੁੰਭੀ ਰੰਗ ਆਖਿਆ। ਜਿਹੜਾ ਮਜੀਠੀ ਰੰਗ ਹੁੰਦਾ ਇਹ ਜੜ੍ਹਾਂ ਚੋਂ ਲਿਆ ਜਾਂਦਾ, ਪੱਕਾ ਰੰਗ। ਕੱਪੜਾ ਪਾੜ ਜਾਊਗਾ, ਲੀਰੋ ਲੀਰ ਹੋ ਜਾਊਗਾ, ਪਰ ਰੰਗ ਨਹੀਂ ਲੈਂਦਾ। ਜਿਹੜਾ ਕੁਸੁੰਭੀ ਰੰਗ ਇਹ ਪੱਤਿਆਂ ਚੋਂ ਲਿਆ ਜਾਂਦਾ, ਕੱਚਾ ਰੰਗ, ਤੇ ਉਹ ਪਾਣੀ ਪੈਣ ਦੇ ਨਾਲ ਛੇਤੀ ਡੱਬ ਖੜਪਾ ਹੋ ਜਾਂਦਾ। ਕਈਆਂ ਦਸਤਾਰਾਂ ਦੇ ਰੰਗ ਲਏ ਜਾਂਦੇ ਨਾ, ਪਹਿਲਾਂ ਹੀ ਧੋ ਪਾਈਏ, ਤੇ ਉਹ ਜਦੋਂ ਪਾਣੀ ਦੇ ਬਾਲਟੀ ਦੇ ਵਿੱਚ ਉਹਨੂੰ ਨਿਚੋੜ ਗਏ ਤੇ ਉਹ ਵੀ ਨੀਲੇ ਰੰਗ ਦੀ ਹੋਈ ਹੁੰਦੀ। ਜਿਹੜਾ ਰੰਗ ਦਸਤਾਰ ਦਾ ਉਹ ਲੈ ਜਾਂਦਾ ਨਾਲ ਹੀ, ਉਹ ਕੁਸੁੰਭੀ ਰੰਗ ਹੁੰਦਾ, ਕੱਚਾ ਰੰਗ, ਪੱਤਿਆਂ ਚੋਂ ਲਿਆ ਰੰਗ। ਤੇ ਮਾਇਆ ਨੂੰ ਮਹਾਰਾਜ ਨੇ ਆਖਿਆ ਇਹ ਕੱਚਾ ਰੰਗ ਹੈ। ਲਿਸ਼ਕ ਜ਼ਿਆਦੀ ਹੁੰਦੀ ਉਂਝ ਕੁਸੁੰਭੇ ਰੰਗ ਦੀ, ਲਿਸ਼ਕ ਜ਼ਿਆਦੀ, ਲਿਸ਼ਕਦਾ ਜ਼ਿਆਦਾ ਜਿਹੜਾ ਕੱਚਾ ਰੰਗ, ਪਰ ਲੈਂਦਾ ਵੀ ਛੇਤੀ ਆ। ਲਿਸ਼ਕਦਾ ਵੀ ਜ਼ਿਆਦਾ, ਲੈਂਦਾ ਵੀ ਛੇਤੀ। ਗਰੀਬ ਨਵਾਜ ਨੇ ਕਿਹਾ ਕੱਚਾ ਰੰਗ ਕਸੁੰਭ ਕਾ ਥੋੜੜਿਆਂ ਦਿਨ ਚਾਰ ਜੀਓ। 4 ਕੁ ਦਿਨ ਵਾਸਤੇ ਤਾਂ ਬੜੀ ਚਮਕ ਦਮਕ ਖਾਉਂਦਾ, ਪਰ ਪੱਕਾ ਨਹੀਂ, ਲੈ ਜਾਣ ਵਾਲਾ ਰੰਗ ਹੈ। ਤੇ ਜਿਹੜਾ ਰੰਗ ਹੈ ਪੱਕਾ, ਮਜੀਠੀ ਰੰਗ, ਨਾਮ ਦਾ ਰੰਗ, ਸ਼ਬਦ ਦਾ ਰੰਗ ਲੱਗਾ ਹੋਇਆ, ਉਹ ਤੇ ਫਿਰ ਕੱਪੜਾ ਭਾਵੇਂ ਪਾੜ ਜਾਵੇ ਉਹ ਨਹੀਂ ਲੈਂਦਾ। ਐਸਾ ਪੱਕਾ ਰੰਗ ਹੈ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਉਹ ਭਾਗਾਂ ਵਾਲਿਆਂ ਨੂੰ, ਸ੍ਰੇਸ਼ਟ ਭਾਗਾਂ ਵਾਲਿਆਂ ਨੂੰ ਰੰਗ ਲੱਗਦਾ ਹੈ ਸ਼ਬਦ ਰਤੇ। ਜਿਹੜੇ ਸ਼ਬਦ ਨਾਲ ਰੰਗੇ ਗਏ ਉਹਨਾਂ ਦੀ ਫਿਰ ਕਾਇਆ ਰੂਪੀ ਕੱਪੜਾ ਭਾਵੇਂ ਪਾੜ ਵੀ ਦਿੱਤਾ, ਭਾਈ ਮਤੀ ਦਾਸ ਸਾਹਿਬ ਨੂੰ ਚੀਰ ਕੇ 2 ਫਾੜੇ ਕਰ ਦਿੱਤਾ, ਪਰ ਜਿਹੜਾ ਪੱਕਾ ਰੰਗ ਲੱਗਾ ਹੋਇਆ ਸੀ ਉਹ ਨਹੀਂ ਲੱਥਾ। ਉਬਾਲ ਕੇ ਵੇਖਿਆ ਵੀ ਰੰਗ ਲੈ ਜਾਵੇ ਕੱਪੜੇ ਤੋਂ, ਭਾਈ ਦਿਆਲਾ ਜੀ ਨੂੰ ਉਬਾਲ ਦਿੱਤਾ ਦੇਗ ਵਿੱਚ, ਪਰ ਨਾਮ ਦਾ ਪੱਕਾ ਰੰਗ ਲੱਗਾ ਹੋਇਆ, ਲੱਥਾ ਨਹੀਂ। ਰੂਹ ਵਿੱਚ ਸਾੜ ਕੇ ਵੇਖਿਆ ਭਾਈ ਸਤੀ ਦਾਸ ਸਾਹਿਬ ਜੀ ਨੂੰ, ਪਰ ਨਾਮ ਦਾ ਮਜੀਠੀ ਰੰਗ ਲੱਥਾ ਨਹੀਂ, ਜਿਹੜਾ ਪੱਕਾ ਰੰਗ ਸੀ। ਕਾਇਆ ਕਾਪਰ ਚੀਰ ਬਹੁ ਫਾਰੇ, ਬੜੇ ਫਾੜੇ ਕੀਤੇ, ਬੰਦ ਕੱਟਿਆ ਸ਼ਹੀਦ ਭਾਈ ਮਣੀ ਸਿੰਘ ਜੀ ਦਾ, ਪਰ ਨਾਮ ਦਾ ਰੰਗ ਨਾ ਲਾ ਸਕੇ। ਕੱਪੜਾ ਪਾੜ ਗਿਆ ਪਰ ਰੰਗ ਨਹੀਂ ਲੱਥਾ। ਸਤਿਗੁਰੂ ਕਹਿੰਦੇ ਸਿੱਧੋ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ। ਜਿਹੜੇ ਸ਼ਬਦ ਨਾਲ ਰੰਗੇ ਗਏ ਨਾ, ਉਹਨਾਂ ਨੇ ਅਮਰ ਕਰਨ ਵਾਲਾ ਰਸ, ਮਿਰਤੂ ਤੋਂ ਰਹਿਤ ਕਰਨ ਵਾਲਾ ਰਸ, ਨਾਮ ਅੰਮ੍ਰਿਤ ਦਾ ਰਸ ਪ੍ਰਾਪਤ ਕੀਤਾ ਹੈ। ਸੱਚੇ ਰਹੇ ਅਗਾਈ, ਉਹ ਸੱਚੇ ਨਾਲ ਜੁੜ ਗਏ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੇ ਫਿਰ ਸੱਚੇ ਨਾਮ ਦੇ ਨਾਲ ਰਹੇ ਅਗਾਈ। ਅਗਾਈ ਨਾਮ ਹੈ ਰੱਜਣ ਦਾ। ਉਹ ਰੱਜ ਗਏ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਕਿਉਂਕਿ ਉਹਨਾਂ ਨੂੰ ਸੱਚਾ ਭੋਜਨ ਪ੍ਰਾਪਤ ਹੋ ਗਿਆ, ਨਾਮ ਦਾ ਭੋਜਨ ਪ੍ਰਾਪਤ ਹੋ ਗਿਆ। ਜੇ ਕੋ ਖਾਵੇ ਜੇ ਕੋ ਭੁੰਚੈ, ਇਸ ਕਾ ਹੋਏ ਉਧਾਰੋ। ਉਧਾਰ ਕਰਨ ਵਾਲਾ ਭੋਜਨ, ਤ੍ਰਿਪਤ ਕਰਨ ਵਾਲਾ ਭੋਜਨ ਪ੍ਰਾਪਤ ਹੋ ਗਿਆ। ਉਹ ਸੱਚੇ ਨਾਮ ਦੇ ਨਾਲ ਅਗਾਈ, ਲੋਕ ਪਰਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋਏ ਰਹਿੰਦੇ, ਰੱਜੇ ਰਹਿੰਦੇ ਹਨ। ਪਵਨ ਬੁੱਧ ਜਿਤ ਅਸਥਿਰ ਰਹੀ ਹੈ। ਸਿੱਧਾਂ ਦਾ ਸਵਾਲ ਹੈ, ਕਹਿੰਦੇ ਜੀ ਉਹ ਕਿਹੜੀ ਬੁੱਧੀ ਹੈ ਜਿਸ ਬੁੱਧੀ ਨੂੰ ਧਾਰਨ ਕਰਕੇ, ਜਿਸ ਸਮਤ ਨੂੰ ਧਾਰਨ ਕਰਕੇ ਅਸਥਿਰ ਰਹੀ ਹੈ, ਟਿਕਾ ਦੇ ਸਹਿਤ ਹੋ ਰਹੀ ਏ। ਕਿਤ ਭੋਜਨ ਤ੍ਰਿਪਤ ਆਸੈ, ਉਹ ਕਿਹੜਾ ਭੋਜਨ ਹੈ ਜਿਸ ਕਰਕੇ ਤ੍ਰਿਪਤੀ ਆਵੇ। ਨਾਨਕ ਦੁਖ ਸੁਖ ਸਮ ਕਰ ਜਾਪੈ। ਨਾਲ ਹੀ ਉੱਤਰ ਦਿੰਦੇ ਮਹਾਰਾਜ, ਕਹਿੰਦੇ ਦੁੱਖਾਂ ਤੇ ਸੁੱਖਾਂ ਨੂੰ ਬਰਾਬਰ ਕਰਕੇ ਜਾਣੇ, ਦੁੱਖ ਸੁੱਖ ਦੇ ਵਿੱਚ ਸਮ ਬਿਰਤੀ ਰੱਖੇ, ਬਰਾਬਰ ਕਰਕੇ ਦੁੱਖਾਂ ਸੁੱਖਾਂ ਨੂੰ ਜਾਣੇ। ਦੁੱਖ ਦੇ ਵਿੱਚ ਘਬਰਾਵੇ ਨਾ ਤੇ ਸੁੱਖ ਦੇ ਵਿੱਚ ਚੰਬਲੇ ਨਾ, ਦੋਨਾਂ ਦੇ ਵਿੱਚ ਸਮ ਕਰ ਜਾਪੇ, ਦੋਨਾਂ ਨੂੰ ਬਰਾਬਰ ਕਰਕੇ ਜਾਣੇ। ਸਤਿਗੁਰ ਤੇ ਕਾਲ ਨਾ ਗ੍ਰਾਸੈ। ਹੇ ਸਿੱਧੋ, ਜਦੋਂ ਦੁੱਖ ਸੁੱਖ ਵਿੱਚ ਬਰਾਬਰ ਕਰਕੇ ਜਾਣੇ, ਦੁੱਖ ਸੁੱਖ ਵਿੱਚ ਬਿਰਤੀ ਨੂੰ ਸਮ ਕਰਕੇ ਰੱਖੇ ਨਾ, ਤੇ ਫਿਰ ਇਹ ਬੁੱਧ ਹੈ, ਇਹੀ ਅਕਲ ਹੈ ਜਿਸ ਕਰਕੇ ਟਿਕਾ ਦੇ ਸਹਿਤ ਹੋਈਦਾ, ਫਿਰ ਡਾਵਾਂ ਡੋਲ ਨਹੀਂ ਹੋਈਦਾ, ਫਿਰ ਟਿਕ ਜਾਈਦਾ। ਦੂਜਾ ਆਖਿਆ ਸੀ ਕਿਤ ਭੋਜਨ ਤ੍ਰਿਪਤ ਆਸੈ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਸਤਿਗੁਰ ਤੇ ਕਾਲ ਨਾ ਗਰਾਸੈ, ਵੀ ਕਾਲ ਤੋਂ ਕਿਵੇਂ ਬਚਿਆ ਜਾਵੇ।
ਤਾਂ ਮਹਾਰਾਜ ਸਾਹਿਬ ਕਹਿੰਦੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਪਵੇ, ਸਤਿਗੁਰੂ ਜੀ ਦੇ ਉਪਦੇਸ਼ ਕਰਕੇ ਕਾਲ ਨਹੀਂ ਗ੍ਰਸਦਾ, ਕਾਲ ਤੋਂ ਬਚ ਜਾਈਦਾ, ਕਾਲ ਦੀ ਗ੍ਰਾਹੀ ਨਹੀਂ ਬਣੀਦਾ, ਕਾਲ ਦੀ ਬੁਰਕੀ ਨਹੀਂ ਬਣੀਦਾ। ਨਹੀਂ ਤੇ ਕਾਲ ਜਿਹੜਾ ਉਹ ਗ੍ਰਸ ਲੈਂਦਾ ਹੈ, ਜਿਵੇਂ ਬੁਰਕੀ ਪਾਈ ਦੀ ਨਾ ਇਸ ਤਰ੍ਹਾਂ ਪਾ ਲੈਂਦਾ, ਕਾਲ ਖਾ ਜਾਂਦਾ ਹੈ, ਖਾ ਗਿਆ ਕਾਲ। ਐਸੋ ਇਹੋ ਸੰਸਾਰ ਵੇਖਣਾ ਰਹਿਣ ਨਾ ਕੋ ਪਈ ਹੈ ਰੇ। ਕੋਈ ਵੀ ਰਹਿੰਦਾ ਨਹੀਂ ਕਾਲ ਦੇ ਸਾਹਮਣੇ, ਕਾਲ ਸਭ ਨੂੰ ਗ੍ਰਸ ਲੈਂਦਾ ਹੈ, ਆਪਣੀ ਗ੍ਰਾਹੀ ਬਣਾ ਲੈਂਦਾ, ਬੁਰਕੀ ਬਣਾ ਲੈਂਦਾ। ਸੂਧੇ ਸੂਧੇ ਰੇਗ ਚਲੋ ਤੁਮ ਨ ਤਾਰਕ ਧੱਕਾ ਦੇਵਈ ਹੈ ਰੇ। ਬਾਰੇ ਬੂਢੇ ਤਰਨੇ ਭਈਆ ਸਭਹੂ ਜਮ ਲੈ ਜਾਈ ਹੈ ਰੇ। ਭਾਵੇਂ ਬਾਲਕ ਹੈ, ਬੁੱਢਾ ਹੈ, ਤਰਨ ਹੈ। ਤਰਨ ਕਹਿੰਦੇ ਜਵਾਨ ਨੂੰ, ਜਵਾਨ ਤੋਂ ਹੀ ਜਿਹੜੇ ਜਵਾਨਾਂ ਨੂੰ ਇੱਕ ਪਾਸੇ ਕੀਤਾ ਸੀ ਖਾਲਸੇ ਨੇ, ਉਹਦਾ ਨਾਂ ਰੱਖ ਦਿੱਤਾ ਸੀ ਤਰਨਾ ਦਲ। ਬਜ਼ੁਰਗ ਸਿੰਘ ਇੱਕ ਪਾਸੇ ਕੀਤੇ, ਉਹਦਾ ਨਾਂ ਰੱਖ ਦਿੱਤਾ ਬੁੱਢਾ ਦਲ। ਬੁੱਢਾ ਦਲ ਤੇ ਤਰਨਾ ਦਲ। ਤੇ ਤਰਨ ਗੁਰਬਾਣੀ ਵਿੱਚ ਜਵਾਨ ਨੂੰ ਕਹਿੰਦੇ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਂ। ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ, ਬਾਰੇ ਬੁੱਢੇ ਤਰੁਣੇ ਭਈਆ। ਤਰੁਣੇ ਜਵਾਨ ਭਾਵੇਂ ਹੋਵੇ, ਉਹ ਜਵਾਨ ਨੂੰ ਵੀ ਨਹੀਂ ਛੱਡਦਾ ਕਾਲ, ਬਚਪਨ ਵਿੱਚ ਵੀ ਨਹੀਂ ਛੱਡਦਾ, ਬਿਰਧ ਅਵਸਥਾ ਵਿੱਚ ਵੀ ਨਹੀਂ ਛੱਡਦਾ। ਬਾਰੇ ਬੂਢੇ ਤਰੁਣੇ ਭਈਆ ਸਭਹੂ ਜਮ ਲੈ ਜਾਈ ਹੈ ਰੇ। ਮਾਨਸ ਬਪਰਾ ਮੂਸਾ ਕੀਨੋ ਮੀਚ ਬਿਲਈਆ ਖਈ ਹੈ ਰੇ। ਕਹਿੰਦੇ ਮਨੁੱਖ ਵਿਚਾਰਾ ਤੇ ਮੂਸੇ ਵਰਗਾ, ਚੂਹੇ ਵਰਗਾ, ਮੌਤ ਰੂਪੀ ਬਿੱਲੀ ਨੇ ਇਹਨੂੰ ਖਾ ਜਾਣਾ। ਧਨਵੰਤਾ ਅਰ ਨਿਰਧਨ ਮਨਈ ਤਾਂ ਕੀ ਕਛੂ ਨਾ ਕਾਨੀ ਰੇ। ਭਾਵੇਂ ਧਨ ਵਾਲਾ ਹੋਵੇ ਤੇ ਭਾਵੇਂ ਨਿਰਧਨ ਹੋਵੇ, ਮਨਈ ਕਹਿੰਦੇ ਮਨੁੱਖ ਨੂੰ। ਧਨਵੰਤਾ ਧਨ ਵਾਲਾ, ਅਰ ਨਿਰਧਨ ਮਨਈ ਤਾਂ ਕੀ ਕਛੂ ਨਾ ਕਾਨੀ ਰੇ। ਦੋਹਾਂ ਦੀ ਕਾਨ ਕਨੌੜ ਨਹੀਂ ਰੱਖਦਾ, ਨਾ ਤੇ ਉਹ ਵੇਂਦਾ ਵੀ ਇਹ ਗਰੀਬ ਆ, ਨਾ ਉਹ ਵੇਂਦਾ ਇਹ ਅਮੀਰ ਵਾ। ਤਾਂ ਕੀ ਕਛੂ ਨਾ ਕਾਨੀ ਰੇ। ਰਾਜਾ ਪ੍ਰਜਾ ਸਮਕਰ ਮਾਰੈ ਐਸੋ ਕਾਲ ਬਡਾਨੀ ਰੇ। ਰਾਜੇ ਨੂੰ ਤੇ ਪ੍ਰਜਾ ਨੂੰ ਬਰਾਬਰ ਮਾਰਦਾ, ਐਸਾ ਬਲ ਵਾਲਾ ਕਾਲ ਹੈ। ਕੋਈ ਬਚਦਾ ਵੀ ਹੈ ਤੇ ਸਤਿਗੁਰੂ ਕਹਿ ਰਹੇ ਆ ਕਿ ਸਿੱਧੋ ਬਚਦਾ ਵਾ ਕਾਲ ਤੋਂ। ਸਤਿਗੁਰ ਤੇ ਕਾਲ ਨਾ ਗ੍ਰਸੈ। ਜਿਹੜਾ ਸਤਿਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਸਤਿਗੁਰਾਂ ਦੀ ਸ਼ਰਨ ਵਿੱਚ ਪੈਣ ਕਰਕੇ ਕਾਲ ਨਹੀਂ ਗ੍ਰਸ ਸਕਦਾ, ਕਾਲ ਆਪਣਾ ਖਾਜਾ ਨਹੀਂ ਬਣਾ ਸਕਦਾ। ਭਗਤ ਕਬੀਰ ਸਾਹਿਬ ਨੂੰ ਵੀ ਪੁੱਛਿਆ ਸੀ ਸ਼ਰਧਾਲੂਆਂ ਨੇ, ਜੀ ਤੁਸੀਂ ਕਹਿ ਰਹੇ ਹੋ ਰਾਜੇ ਨੂੰ ਪ੍ਰਜਾ ਨੂੰ ਬਰਾਬਰ ਮਾਰਦਾ ਕਾਲ, ਤੇ ਉਸ ਕਾਲ ਤੋਂ ਕੋਈ ਬਚਣ ਦਾ ਤਰੀਕਾ ਵੀ ਹੈ? ਕਹਿੰਦੇ ਬਚਣ ਦਾ ਤਰੀਕਾ ਜੇ ਪਰਮੇਸ਼ਰ ਦੇ ਸੇਵਕ ਬਣ ਜਾਈਏ, ਜੇ ਵਾਹਿਗੁਰੂ ਦੀ ਬੰਦਗੀ ਕਰਨ ਲੱਗ ਪਈਏ, ਫਿਰ ਨਹੀਂ ਕਾਲ ਮਾਰਦਾ, ਫਿਰ ਉਹਦਾ ਜ਼ੋਰ ਨਹੀਂ ਚੜਦਾ। ਇਸੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਹਰ ਕੇ ਸੇਵਕ ਜੋ ਹਰ ਪਾਏ, ਹਰ ਕੇ ਸੇਵਕ ਜੋ ਹਰ ਪਾਏ। ਹਰ ਕੇ ਸੇਵਕ ਜੋ ਹਰ ਪਾਏ, ਹਰ ਕੇ ਸੇਵਕ ਜੋ ਹਰ ਪਾਏ। ਤਿਨ ਕੀ ਕਥਾ ਨਿਰਾਰੀ ਰੇ, ਤਿਨ ਕੀ ਕਥਾ ਨਿਰਾਰੀ ਰੇ। ਤਿਨ ਕੀ ਕਥਾ ਨਿਰਾਰੀ ਰੇ, ਤਿਨ ਕੀ ਕਥਾ ਨਿਰਾਰੀ ਰੇ। ਆਵਹਿ ਨ ਜਾਹੇ ਨ ਕਬਹੂ ਮਰਤੇ, ਆਵਹਿ ਨ ਜਾਹੇ ਨ ਕਬਹੂ ਮਰਤੇ। ਆਵੇ ਨ ਜਾਏ ਨ ਕਬਹੂ ਮਰਤੇ, ਆਵੇ ਨ ਜਾਵੇ ਨ ਕਬਹੂ ਮਰਤੇ। ਆਵਹਿ ਨ ਜਾਹੇ ਨ ਕਬਹੂ ਮਰਤੇ, ਆਵਹਿ ਨ ਜਾਹੇ ਨ ਕਬਹੂ ਮਰਤੇ। ਆਵੇ ਨ ਜਾਏ ਨ ਕਬਹੂ ਮਰਤੇ, ਆਵੇ ਨ ਜਾਏ ਕਬਹੂ ਨ ਮਰਤੇ। ਪਾਰ ਬ੍ਰਹਮ ਸੰਗਾਰੀ ਰੇ, ਪਾਰ ਬ੍ਰਹਮ ਸੰਗਾਰੀ ਰੇ। ਪਾਰ ਬ੍ਰਹਮ ਸੰਗਾਰੀ ਰੇ, ਪਾਰ ਬ੍ਰਹਮ ਸੰਗਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ, ਹਰ ਕੇ ਸੇਵਕ ਜੋ ਹਰ ਪਾਏ। ਹਰ ਕੇ ਸੇਵਕ ਜੋ ਹਰ ਪਾਏ, ਹਰ ਕੇ ਸੇਵਕ
ਜੋ ਹਰ ਭਾਏ। ਤਿਨ ਕੀ ਕਥਾ ਨਿਰਾਰੀ ਰੇ, ਤਿਨ ਕੀ ਕਥਾ ਨਿਰਾਰੀ ਰੇ। ਤਿਨ ਕੀ ਕਥਾ ਨਿਰਾਰੀ ਰੇ, ਤਿਨ ਕੀ ਕਥਾ ਨਿਰਾਰੀ ਰੇ। ਸੰਸਾਰ ਨਾਲੋਂ ਨਿਰਾਰੀ ਕਥਾ, ਨਿਰਾਲੀ ਵੱਖਰੀ ਕਥਾ ਹੈ ਹਰੀ ਦੇ ਸੇਵਕਾਂ ਦੀ। ਉਹਨਾਂ ਉੱਤੇ ਕਾਲ ਦਾ ਕੋਈ ਅਸਰ ਨਹੀਂ ਹੁੰਦਾ, ਉਹਨਾਂ ਨੂੰ ਕਾਲ ਨਹੀਂ ਗ੍ਰਸਦਾ ਜਿਹੜੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਪੈ ਜਾਂਦੇ ਹਨ। ਰੰਗ ਮਰਾਤਾ ਰਸ ਨਹੀਂ ਮਾਤਾ। ਗਰੀਬ ਨਵਾਜ ਕਹਿੰਦੇ ਜਿੰਨਾ ਚਿਰ ਪ੍ਰਭੂ ਦੇ ਰੰਗ ਪ੍ਰੇਮ ਵਿੱਚ ਨਹੀਂ ਨਾ ਰਤਿਆ ਗਿਆ, ਰੰਗ ਨਾ ਰਾਤਾ, ਜਿੰਨਾ ਚਿਰ ਨਹੀਂ ਰੰਗਿਆ ਗਿਆ ਪ੍ਰਭੂ ਦੇ ਰੰਗ ਦੇ ਵਿੱਚ, ਜਿੰਨਾ ਚਿਰ ਇਹ ਰਸ ਵਿੱਚ ਨਹੀਂ ਮਸਤ ਹੋਇਆ, ਪ੍ਰਭੂ ਦੇ ਨਾਮ ਰਸ ਵਿੱਚ, ਨਾਮ ਰਸ ਦੀ ਮਸਤੀ ਨਹੀਂ ਇਸ ਨੂੰ ਚੜੀ ਹੈ। ਬਿਨ ਸਬਦੇ ਜਲ ਮਲ ਤਾਤਾ, ਰੰਗ ਨਾ ਰਾਤਾ ਰਸ ਨਹੀਂ ਮਾਤਾ। ਬਿਨ ਸਬਦੇ ਜਲ ਮਲ ਤਾਤਾ। ਬਿਨ ਗੁਰ ਸ਼ਬਦ ਹੈ ਜਲ ਬਲ ਤਤ। ਬਿਨਾ ਗੁਰੂ ਕੇ ਸ਼ਬਦ ਤੋਂ ਇਹ ਜਲਦਾ ਹੈ, ਬਲਦਾ ਹੈ, ਸੜਦਾ ਭੁੱਜਦਾ ਹੈ, ਤਾਤਾ ਤੱਤਾ ਹੋਇਆ ਰਹਿੰਦਾ। ਜਿੰਨਾ ਚਿਰ ਗੁਰੂ ਕੇ ਸ਼ਬਦ ਦੇ ਨਾਲ ਨਹੀਂ ਜੁੜਦਾ, ਬਿਨਾ ਗੁਰੂ ਕੇ ਸ਼ਬਦ ਤੋਂ ਇਹ ਜਲਦਾ ਬਲਦਾ ਰਹਿੰਦਾ, ਭਾਵ ਸੜਦਾ ਬਲਦਾ ਰਹਿੰਦਾ। ਅੱਗ ਦੇ ਵਿੱਚ ਕਿਹੜੀ ਅੱਗ? ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਪਵਹਿ ਤਜਹਿ ਨਾਨਕਾ ਤਰੀਐ ਕਰਮੀ ਲੱਗ। ਕਾਮ ਦੀ ਅੱਗ ਵਿੱਚ ਸੜਦਾ, ਕ੍ਰੋਧ ਦੀ ਅੱਗ ਵਿੱਚ ਸੜਦਾ, ਲੋਭ ਦੀ ਅੱਗ ਵਿੱਚ ਸੜਦਾ, ਮੋਹ ਤੇ ਹੰਕਾਰ ਦੀ ਅੱਗ ਵਿੱਚ ਸੜਦਾ। ਮੋਹ ਦੀ ਅੱਗ ਵਿੱਚ ਦਗਦ ਹੁੰਦਾ। ਮੋਹ ਦਾ ਵੀ ਬਹੁਤ ਵੱਡਾ ਦੁੱਖ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਵਾਂ ਨੂੰ ਤਾਰਦੇ ਇਲਾਕੇ ਵਿੱਚ ਇੱਕ ਵਿੱਚ ਪਹੁੰਚੇ। ਇੱਕ ਬਜ਼ੁਰਗ ਆਪਣੇ ਬੱਚਿਆਂ ਨੂੰ ਝਿੜਕ ਰਿਹਾ ਸੀ, ਕਹਿੰਦਾ ਵੀ ਕੋਈ ਡੱਕਾ ਤੋੜ ਲਿਆ ਕਰੋ, ਕਰ ਲਿਆ ਕਰੋ ਰੋਟੀ ਜੋਗਾ ਕੰਮ। ਹੁਣ ਤੇ ਮੈਂ ਹੈਗਾ ਵਾ ਤੇ ਮੇਰੇ ਹੁੰਦਿਆਂ ਤੁਹਾਡਾ ਸਰੀ ਜਾਂਦਾ, ਜਿੱਦਣ ਮੈਂ ਨਾ ਹੋਇਆ ਤੇ ਫਿਰ ਕੀ ਕਰੋਗੇ? ਉਂਝ ਮਾਪਿਆਂ ਦਾ ਫਰਜ਼ ਵੀ ਹੁੰਦਾ ਵਾ ਬੱਚਿਆਂ ਨੂੰ ਸਮਝਾਉਣਾ, ਇਹ ਗੱਲਬਾਤ ਕਹਿਣੀ, ਪਰ ਇੱਕ ਕਹਿਣਾ ਹੋਰ ਹੁੰਦਾ, ਇੱਕ ਮੋਹ ਵਿੱਚ ਗਰਸੇ ਜਾਣਾ ਹੋਰ ਗੱਲ ਹੈ। ਮੋਹ ਦੇ ਵਿੱਚ ਹੀ ਗਰਸੇ ਜਾਣਾ। ਤੇ ਕਹਿੰਦਾ ਹਰ ਕੋਈ ਇਹ ਗੱਲ ਵਾਪੀ, ਜਿੰਨਾ ਚਿਰ ਮੈਂ ਉਹਨਾਂ ਚਿਰ ਕੰਮ ਸਰਦਾ ਤੇਰਾ, ਜਦੋਂ ਮੈਂ ਨਾ ਹੋਇਆ ਫਿਰ ਤੈਨੂੰ ਪਤਾ ਲੱਗੇਗਾ। ਹੋਇਆ ਕਿਸੇ ਨੂੰ ਕੁਝ ਵੀ ਨਹੀਂ, ਦੁਨੀਆ ਫਿਰ ਵੀ ਚੱਲੀ ਚਲਾਈ ਜਾਂਦੀ ਹੈ। ਰਹਿਰਾ ਸਾਹਿਬ ਦੇ ਵਿੱਚ ਮਹਾਰਾਜ ਨੇ ਆਖਿਆ ਵੀ ਕਿਸੇ ਨੂੰ ਕਿਸੇ ਦੇ ਆਸਰੇ ਨਹੀਂ ਰੱਖਿਆ ਰੱਬ ਨੇ। ਇੱਕ ਭਰਮ ਹੈ, ਇੱਕ ਭੁਲੇਖਾ ਹੈ। ਮਾਪਿਆਂ ਨੂੰ ਭੁਲੇਖਾ ਵੀ ਸਾਡੇ ਆਸਰੇ ਤੇ ਬੱਚੇ ਆ, ਬੱਚਿਆਂ ਨੂੰ ਭੁਲੇਖਾ ਸਾਡੇ ਆਸਰੇ ਤੇ ਅਸੀਂ ਨੌਕਰੀ ਕਰਦੇ, ਅਸੀਂ ਪੈਸੇ ਦਿੰਦੇ ਆ ਤਾਂ ਮਾਪਿਆਂ ਦਾ ਕੰਮ ਚੱਲਦਾ ਹੈ। ਹਰ ਇੱਕ ਨੂੰ ਇਹ ਭੁਲੇਖਾ ਜਿਹਾ ਪਿਆ ਹੋਇਆ ਵੀ ਇੱਕ ਦੂਜੇ ਨੂੰ ਵੀ ਮੇਰੇ ਕਰਕੇ ਤੇਰਾ ਕੰਮ ਚੱਲਦਾ। ਮਹਾਰਾਜ ਕਹਿੰਦੇ ਕਿਸੇ ਦੇ ਕਰਕੇ ਕਿਸੇ ਦਾ ਨਹੀਂ ਚੱਲਦਾ, ਸਭ ਦਾ ਰੱਬ ਦੇ ਕਰਕੇ ਚੱਲਦਾ, ਪਰਮੇਸ਼ਰ ਕਰਕੇ ਚੱਲਦਾ। ਪੰਜਵੇਂ ਪਾਤਸ਼ਾਹ ਦਾ ਬਚਨ ਹੈ, ਮਹਾਰਾਜ ਕਹਿੰਦੇ ਜਨਨ ਪਿਤਾ ਲੋਕ ਸੁੱਤ ਬਣਤਾ, ਸਾਰੇ ਰਿਸ਼ਤੇ ਗਿਣ ਦਿੱਤੇ। ਸਾਰੇ ਲੋਕ, ਘਰ ਵਾਲੀ, ਮਾਤਾ ਪਿਤਾ, ਪੁੱਤਰ। ਜਨਨ ਪਿਤਾ ਲੋਕ ਸੁੱਤ ਬਣਤਾ, ਕੋਏ ਨਾ ਕਿਸ ਕੀ ਧਰਿਆ, ਕਿਸੇ ਨੂੰ ਕਿਸੇ ਦੇ ਆਸਰੇ ਨਹੀਂ ਰੱਖਿਆ ਪਰਮੇਸ਼ਰ ਨੇ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਸਭ ਨੂੰ ਆਪਣਾ ਆਸਰਾ ਦਿੱਤਾ ਹੋਇਆ ਵਾ ਤੇ ਸਿਰ ਬਸਿਰ ਆਪ ਰਿਜਕ ਦੇ ਰਿਹਾ ਉਹ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਮੋਹ ਦੀ ਗੱਲ ਕਰ ਰਹੇ ਹਾਂ। ਮੋਹ ਵੀ ਇੱਕ ਅੱਗ ਹੈ ਤੇ ਮੋਹ ਵਿੱਚ ਵੀ ਜੀਵ ਸੜਦਾ ਹੈ। ਕਈ ਜੂਨੀਆਂ ਵਿੱਚ ਇਹਨੂੰ ਮੋਹ ਕਰਕੇ ਪੈਣਾ ਪੈਂਦਾ। ਪੰਕ ਜੋ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਹ ਡੂਬੀ ਵਾਲੇ। ਬਜ਼ੁਰਗ ਕਹਿੰਦਾ ਹੈ ਆਪਣੇ ਬੱਚਿਆਂ ਨੂੰ, ਕਰ ਲਿਆ ਕਰੋ ਕੋਈ ਕੰਮ, ਹਾਲੇ ਤੇ ਮੈਂ ਹਲਵਾ ਲੈਣਾ ਵਾ, ਮੇਰੇ ਕਰਕੇ ਤੁਹਾਡਾ ਕਾਰੋਬਾਰ ਚੱਲੀ ਜਾਂਦਾ, ਜਿੱਦਣ ਮੈਂ ਅੱਖਾਂ ਮੀਟ ਗਿਆ ਨਾ ਫਿਰ ਤੁਸੀਂ ਪਛਤਾਓਗੇ, ਤੇ ਹੱਥ ਲਾ ਲਿਆ ਕਰੋ ਥੋੜਾ ਬਹੁਤ। ਮਹਾਰਾਜ ਚਲੇ ਗਏ ਬਜ਼ੁਰਗ ਦੇ ਕੋਲੇ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਨਾਲ ਹੀ ਭਾਈ ਬਾਲਾ ਜੀ ਮਰਦਾਨਾ।
ਕਹਿੰਦੇ ਬਜ਼ੁਰਗੋ ਸਾਰੀ ਉਮਰ ਬਥੇਰਾ ਕੰਮ ਕਰ ਲਿਆ, ਠੀਕ ਆ, ਕਿਰਤ ਕਰਨੀ ਚਾਹੀਦੀ ਆ, ਪਰ ਕੱਲੀ ਕਿਰਤ ਹੀ ਨਹੀਂ ਕਰਨੀ ਚਾਹੀਦੀ, ਕੀਰਤੀ ਵੀ ਕਰਨੀ ਚਾਹੀਦੀ ਆ। ਕਿਰਤ ਵਿੱਚ ਇੰਨਾ ਵੀ ਨਹੀਂ ਖੁੱਭ ਜਾਣਾ ਚਾਹੀਦਾ ਵੀ ਕੀਰਤੀ ਭੁੱਲ ਜਾਵੇ। ਧੰਦਾ ਕਰਨਾ ਚਾਹੀਦਾ ਪਰ ਧਰਮ ਨੂੰ ਭੁਲਾ ਕੇ। ਧੰਦਾ ਫਿਰ ਕਿਸੇ ਕੰਮ ਨਹੀਂ। ਹੁਣ ਤੁਸੀਂ ਬਥੇਰਾ ਸਾਰੀ ਉਮਰ ਧੰਦਾ ਕਰ ਲਿਆ ਵਾ, ਹੁਣ ਧਰਮ ਵੱਲੇ ਧਿਆਨ ਦਿਓ, ਬੰਦਗੀ ਕਰਿਆ ਕਰੋ, ਆਪੇ ਕਰ ਲੈਣਗੇ। ਤੇ ਆਓ ਬਜ਼ੁਰਗੋ ਤੁਹਾਨੂੰ ਮੁਕਤ ਕਰ ਦਈਏ। ਕਹਿੰਦਾ ਨਾ ਬਾਬਾ, ਮੈਂ ਨਹੀਂ ਮਰਨਾ ਹਲੇ। ਉਹਦਾ ਇਰਾਦਾ ਸ਼ਾਇਦ ਮਰਨ ਨੂੰ ਹੀ ਮੁਕਤੀ ਕਹਿੰਦੇ ਆ। ਕਹਿੰਦਾ ਮੈਨੂੰ ਮਾਰ ਦੇਵੇਂਗਾ ਤੇ ਮੇਰੇ ਕਰਕੇ ਦੇ ਇਹ ਘਰ ਦਾ ਕੰਮਕਾਰ ਚੱਲਦਾ। ਬਜ਼ੁਰਗਾਂ ਦੀਆਂ ਸਿੱਧੀਆਂ ਗੱਲਾਂ ਹੁੰਦੀਆਂ, ਨਾਲੇ ਪੇਂਡੂ ਲੋਕ ਉਹ ਸਿੱਧਾ ਹੀ ਘੱਟ ਹੀ ਜੀ ਜੋ ਆਖਦੇ ਆ, ਉਂਝ ਇਹ ਨਹੀਂ ਵੀ ਸਾਰੇ ਨਹੀਂ ਆਖਦੇ। ਤਾਂ ਉਹ ਫਿਰ ਐਸਾ ਕਹਿਣ ਲੱਗੇ, ਨਹੀਂ ਬਾਬਾ ਮੈਂ ਨਹੀਂ ਮੁਕਤ ਹੋਣਾ। ਮਹਾਰਾਜ ਕਹਿੰਦੇ ਤੇਰੀ ਮਰਜ਼ੀ, ਪਰ ਤੇਰੇ ਤੇ ਨਿਗਾਹ ਆ ਗਈ ਹੈ, ਤੈਨੂੰ ਮੁਕਤ ਤੇ ਕਰਾਂਗੇ। ਮਹਾਰਾਜ ਅੱਗੇ ਜੀਵਾਂ ਨੂੰ ਤਾਰਨ ਵਾਸਤੇ ਚਲੇ ਗਏ। ਬਜ਼ੁਰਗ ਉਸੇ ਵੇਲੇ ਉਸੇ ਸਾਲ ਹੀ ਚੜ੍ਹਾਈ ਕਰ ਗਿਆ। ਬਲਦ ਵਾਹੁੰਦਾ ਹੁੰਦਾ ਸੀ, ਬਲਦਾਂ ਨਾਲ ਬੜਾ ਮੋਹ, ਤੇ ਬਲਦਾਂ ਨਾਲ ਮੋਹ ਕਰਕੇ ਤੇ ਬਾਣੀ ਦੇ ਵਿੱਚ ਬਚਣਾ ਵੀ ਜਿੱਥੇ ਮੋਹ ਪਿਆ ਹੋਵੇ, ਜਿੱਥੇ ਅੰਦਰ ਜਿਹਦਾ ਧਿਆਨ ਹੋਵੇ, ਉਸੇ ਜੂਨ ਵਿੱਚ ਜਾਣਾ ਪੈਂਦਾ। ਉਹ ਬਲਦਾਂ ਨਾਲ ਮੋਹ ਸੀ ਤੇ ਆਪਣੇ ਘਰ ਦੇ ਵਿੱਚ ਹੀ ਫਿਰ ਉਹ ਬਲਦ ਦੀ ਜੂਨ ਵਿੱਚ ਪੈਦਾ ਹੋ ਕੇ ਉੱਥੇ ਹੀ ਜਨਮ ਲੈ ਲਿਆ ਬਜ਼ੁਰਗ ਨੇ। 3-4 ਸਾਲਾਂ ਬਾਅਦ ਵੱਛਾ ਜਿਹੜਾ ਉਹ ਤਕੜਾ ਹੋ ਜਾਂਦਾ। ਮਹਾਰਾਜ 5 ਸਾਲਾਂ ਬਾਅਦ ਜਦੋਂ ਆਏ ਤੇ ਉਹੀ ਹੁਣ ਪੰਜਾਲੀ ਅੱਗੇ ਚੁੱਪਿਆ ਪਿਆ। ਮਹਾਰਾਜ ਪੁੱਛਦੇ ਆ, ਜਾਣਦੇ ਤਾਂ ਸਭ ਕੁਝ ਸੀ, ਉਹਦੇ ਬੇਟਿਆਂ ਨੂੰ ਪੁੱਛਦੇ ਵੀ ਤੁਹਾਡਾ ਬਜ਼ੁਰਗ ਕਿੱਥੇ ਆ? ਕਹਿੰਦੇ ਜੀ ਉਹ ਤਾਂ ਜਦੋਂ ਤੁਸੀਂ ਕੁਝ ਸਾਲ ਪਹਿਲੋਂ ਆਏ ਸੀ ਉਸੇ ਸਾਲ ਹੀ ਚੜ੍ਹਾਈ ਕਰ ਗਏ ਸਨ, ਸੁਰਗਵਾਸ ਹੋ ਗਏ ਸੀ, ਸੁਰਗਵਾਸ। ਉਂਝ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਤੇ ਸਾਰੇ ਇਹੀ ਕਹਿੰਦੇ ਨਾ ਵੀ ਸੁਰਗਵਾਸ ਹੋ ਗਏ, ਕਿ ਜਿਵੇਂ ਆਪ ਹੀ ਸੁਰਗਾਂ 'ਚ ਵਾਸਾ ਦੇ ਕੇ ਆਏ ਹੁੰਦੇ। ਇਹ ਤਾਂ ਹੁਣ ਜਾਂ ਉਹ ਜਾਣ ਵਾਲਾ ਜਾਣਦਾ ਤੇ ਜਾਂ ਗੁਰੂ ਜਾਣਦਾ। ਕਈ ਤਾਂ ਸੱਚਖੰਡ ਵਾਸੀ ਕਹਿਣਗੇ, ਇਹ ਤਾਂ ਹੁਣ ਮਹਾਰਾਜ ਜਾਣਦੇ ਨਾ ਵੀ ਕਿੱਥੋਂ ਦਾ ਵਾਸੀ ਬਣਿਆ ਬੰਦਾ, ਜਾਂ ਉਹ ਬਣਨ ਵਾਲਾ ਆਪ ਜਾਣਦਾ। ਉਹਨਾਂ ਨੇ ਵੀ ਆਖਿਆ ਜੀ ਸਾਡੇ ਬਾਪੂ ਜੀ ਤਾਂ ਸੁਰਗਵਾਸ ਹੋ ਗਏ ਸੀ। ਮਹਾਰਾਜ ਕਹਿੰਦੇ ਸੁਰਗਵਾਸ ਕੀ, ਆ ਬਲਦ ਦੀ ਜੂਨ 'ਚ ਪਿਆ ਤੁਹਾਡਾ ਬੁੜਾ, ਬਾਪੂ ਤੁਹਾਡਾ ਬਲਦ ਬਣਿਆ ਪਿਆ। ਉਹਦੀ ਸੁਰਤ ਨੂੰ ਜਗਾਇਆ ਮਹਾਰਾਜ ਸਾਹਿਬ ਜੀ ਨੇ। ਉਹਨੂੰ ਆਖਿਆ ਬਜ਼ੁਰਗੋ, ਉਦੋਂ ਤੁਹਾਨੂੰ ਆਖਿਆ ਸੀ ਮੁਕਤੀ ਦੇ ਦਈਏ, ਤੁਸੀਂ ਮੰਨੇ ਨਹੀਂ। ਹੁਣ ਵੇਖੋ ਬਲਦ ਦੀ ਜੂਨ 'ਚ ਪਏ ਤੇ ਤੁਹਾਡੇ ਪੁੱਤਰਾਂ ਨੇ ਪੰਜਾਲੀ ਰੱਖੀ ਤੁਹਾਡੇ ਧੌਣ ਤੇ, ਹੁਣ ਮੁਕਤੀ ਦੇ ਦਈਏ? ਉਹਨੇ ਕਿਹਾ ਨਾ ਬਾਬਾ ਜੀ, ਇੱਕ ਤੇ ਮੈਨੂੰ ਮਾਰੋਗੇ, 500 ਦਾ ਮੈਂ ਗਿਆ, ਇੱਕ 500 ਦਾ ਮੇਰੇ ਪੁੱਤਰਾਂ ਨੂੰ ਹੋਰ ਖਰੀਦਣਾ ਪਵੇਗਾ, ਦੋਹਰਾ ਘਾਟਾ ਪੈ ਜਾਣਾ ਮੇਰੇ ਬੱਚਿਆਂ ਨੂੰ। ਮਹਾਰਾਜ ਕਹਿੰਦੇ ਪਸ਼ੂ ਦੀ ਜੂਨ 'ਚ ਪੈ ਕੇ ਹਾਲੇ ਵੀ ਘਰ ਦਾ ਮੋਹ ਨਹੀਂ ਛੱਡਦਾ। ਫਿਰ ਮਹਾਰਾਜ ਕਹਿੰਦੇ ਚਲੋ ਵਗ ਫਿਰ ਪੰਜਾਲੀ ਅੱਗੇ, ਮੁਕਤ ਤੈਨੂੰ ਕਰਾਂਗੇ, ਜਦੋਂ ਤੂੰ ਆਪ ਆਖੇਂਗਾ ਉਦੋਂ ਕਰਾਂਗੇ। ਫਿਰ ਮਹਾਰਾਜ ਚਲੇ ਜਾਂਦੇ। ਕੁਝ ਸਾਲਾਂ ਬਾਅਦ ਫੇਰ ਆਉਂਦੇ ਆ। ਫਿਰ ਕੁੱਤੇ ਦੀ ਜੂਨ ਵਿੱਚ ਪਿਆ, ਉਸੇ ਘਰ ਦੀ ਰਾਖੀ ਕਰਦਾ, ਕੁੱਤੇ ਦੀ ਜੂਨ ਵਿੱਚ। ਫਿਰ ਉਹਦੀ ਸੁਰਤ ਨੂੰ ਜਗਾ ਕੇ ਪੁੱਛਿਆ ਵੀ ਹੁਣ ਕੁੱਕਰ ਦੀ ਜੂਨ 'ਚ ਪਿਆ, ਕੁੱਤੇ ਦੀ, ਹੁਣ ਤੇਰੀ ਕਲਿਆਣ ਕਰ ਦਈਏ? ਕਹਿੰਦਾ ਸਾਰਾ ਦਿਨ ਮੇਰੇ ਪੁੱਤਰ ਕੰਮਕਾਰ ਕਰਦੇ ਆਉਂਦੇ ਆ, ਥੱਕੇ ਟੁੱਟੇ ਆਉਂਦੇ ਆ, ਘਰੇ ਸੌ ਜਾਂਦੇ, ਇਹਨਾਂ ਨੂੰ ਕੀ ਪਤਾ ਹੁੰਦਾ ਵਾ ਰਾਤ ਨੂੰ, ਮੈਂ ਫਿਰ ਜਾ ਕੇ ਭੌਂਕ ਭੌਂਕ ਕੇ ਰਾਖੀ ਕਰਦਾ। ਜੇ ਮੈਂ ਨਾ ਹੋਇਆ ਤੇ ਰਾਖੀ ਕੌਣ ਕਰੂ? ਮਹਾਰਾਜ ਕਹਿੰਦੇ ਹਲੇ ਵੀ ਤੂੰ ਮੋਹ ਨਹੀਂ ਛੱਡਦਾ। ਫਿਰ ਮਹਾਰਾਜ ਸਾਹਿਬ ਜੀ ਕੁਝ ਸਾਲਾਂ ਬਾਅਦ ਆਉਂਦੇ, ਸੱਪ ਦੀ ਜੂਨ ਵਿੱਚ ਪਿਆ ਹੈ। ਉਸ ਤੋਂ ਬਾਅਦ ਕੀੜੇ ਦੀ ਜੂਨ 'ਚ ਪਿਆ, ਗੰਦਗੀ ਦਾ ਕੀੜਾ। ਜਦੋਂ ਮਹਾਰਾਜ ਆਏ ਤੇ ਸਤਿਗੁਰੂ ਕਹਿੰਦੇ ਭਾਈ ਮਰਦਾਨਿਆ, ਅੱਜ ਇੱਥੇ ਘਰ ਦੀ ਗੰਦਗੀ ਪੈਂਦੀ ਹੈ ਨਾ, ਪਾਣੀ ਪੈਂਦਾ ਧੋਣ ਭਾਂਡਿਆਂ ਦਾ, ਉਹਦੇ ਵਿੱਚੋਂ ਨਾਲੀ ਦੇ ਵਿੱਚੋਂ ਇੱਕ ਕੀੜਾ ਵਾ, ਉਹਨੂੰ ਕੱਢ। ਉਹਨੂੰ ਕੱਢਿਆ, ਉਹਦੇ ਤੇ ਪਾਣੀ ਪਾਇਆ ਭਾਈ ਮਰਦਾਨਾ ਜੀ ਨੇ, ਉਹਦੀ ਸੁਰਤ ਨੂੰ ਜਗਾਇਆ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਕਹਿਣ ਲੱਗੇ ਬਜ਼ੁਰਗੋ, ਹੁਣ ਗੰਦਗੀ ਦੇ ਕੀੜੇ ਬਣ ਗਏ ਜੇ, ਹੁਣ ਮੁਕਤੀ ਦੇ ਦੇਗੇ। ਫਿਰ ਉਹਨੇ ਆਖਿਆ, ਆਪਣੀ ਬੋਲੀ 'ਚ ਬੋਲਿਆ ਤੇ ਮਹਾਰਾਜ ਸਾਹਿਬ ਜਾਣਦੇ ਸਭ ਬੋਲੀਆਂ। ਉਹਨੇ ਆਖਿਆ ਮਹਾਰਾਜ ਹੁਣ ਮੈਂ ਬਹੁਤ ਦੁਖੀ ਹਾਂ, ਗੰਦਗੀ ਵਿੱਚ ਵਾਂ, ਹੁਣ ਕਿਰਪਾ ਕਰੋ ਮੇਰੀ ਕਲਿਆਣ ਕਰ ਦਿਓ। ਫਿਰ ਮਹਾਰਾਜ ਸਾਹਿਬ ਜੀ ਨੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਕਹਿ ਕੇ ਜਲ ਦਾ ਛੱਟਾ ਦਿੱਤਾ ਉਹਦੇ ਤੇ ਉਹਦੀ ਕਲਿਆਣ ਕਰ ਦਿੱਤੀ, ਮੁਕਤੀ ਦੇ ਦਿੱਤੀ। ਮੋਹ ਕਰਕੇ ਜੀਵ ਵਾਰ-ਵਾਰ ਜੁਨੀਆਂ ਦੇ ਵਿੱਚ ਪੈਂਦਾ, ਵਾਰ-ਵਾਰ ਆਉਂਦਾ ਜਾਂਦਾ।
ਮੋਹ ਦੀ ਵੀ ਆਗੀ ਹੈ, ਬਾਕੀ ਵੀ ਅੱਗਾਂ ਹਨ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇੱਥੇ ਦੱਸ ਰਹੇ ਸਿੱਧਾਂ ਨੂੰ, ਕਹਿੰਦੇ ਬਿਨ ਗੁਰ ਸ਼ਬਦ ਹੈ ਜਲ ਬਲ ਤਾਤਾ। ਬਿਨਾ ਗੁਰੂ ਕੇ ਸ਼ਬਦ ਤੋਂ ਇਹ ਜਲਦਾ ਬਲਦਾ ਰਹਿੰਦਾ, ਸੜਦਾ ਰਹਿੰਦਾ। ਜਿਹੜਾ ਬਲ ਇਹਦੇ ਜੀਵਨ ਦਾ ਬਲ ਬਤੀਤ ਹੋਣਾ ਹੈ ਨਾ, ਉਹ ਸੜ ਸੜ ਕੇ ਬਤੀਤ ਹੋਣਾ ਹੈ। ਜਿਵੇਂ ਬਚਨ ਆਉਂਦਾ ਹੈ ਵੀ ਸਿਮਰਨ ਤੋਂ ਬਿਨਾ ਸਰਪ ਜੈਸੇ ਅਰਜਾਰੀ। ਸੱਪ ਦੀ ਉਮਰ ਵਰਗੀ ਹੈ ਜ਼ਹਿਰੀਲੀ ਉਮਰ, ਸੜਦਾ ਬਲਦਾ ਰਹਿੰਦਾ ਹੈ, ਤੱਤਾ ਹੋਇਆ ਰਹਿੰਦਾ ਹੈ। ਬਿਨ ਗੁਰ ਸ਼ਬਦ ਹੈ ਜਲ ਬਲ ਤਾਤਾ। ਬਿਨਾ ਗੁਰੂ ਕੇ ਸ਼ਬਦ ਤੋਂ ਸੜਦਾ ਬੜਦਾ ਹੈ ਤੇ ਤੱਤਾ ਹੋਇਆ ਰਹਿੰਦਾ ਹੈ। ਬਿੰਦ ਨਾ ਰਾਖਿਆ ਸ਼ਬਦ ਨਾ ਆਖਿਆ। ਇਹ ਸਾਰੇ ਸਿੱਧਾਂ ਦੇ ਸਵਾਲ ਵਾ। ਕਹਿੰਦੇ ਮਹਾਰਾਜ ਵੀ ਬਿੰਦ ਨੂੰ ਨਹੀਂ ਰੱਖਿਆ, ਬਿੰਦ ਨੂੰ, ਬਿੰਦ ਨਾ ਰਾਖਿਆ। ਇਹ ਕਿਵੇਂ ਰੱਖਿਆ ਜਾਵੇ ਬਿੰਦ? ਵੀ ਜਤੀ ਕਿਵੇਂ ਹੋਵੇ, ਬਿੰਦ ਦੀ ਰਾਖੀ ਕਿਵੇਂ ਕੀਤੀ ਜਾਵੇ, ਜਤ ਕਿਵੇਂ ਰੱਖਿਆ ਜਾਵੇ? ਸ਼ਬਦ ਨਾ ਭਾਖਿਆ, ਸ਼ਬਦ ਦਾ ਉਚਾਰਨ ਨਹੀਂ ਕੀਤਾ ਹੈ ਤੇ ਸ਼ਬਦ ਕਿਵੇਂ ਉਚਾਰਨ ਕੀਤਾ ਜਾਵੇ? ਪਵਨ ਨਾ ਸਾਧਿਆ ਸੱਚ ਨਾ ਅਰਾਧਿਆ। ਮਹਾਰਾਜ ਪਵਨ ਨੂੰ ਸਵਾਸਾਂ ਦੀ ਸਾਧਨਾ ਨਹੀਂ ਕੀਤੀ ਹੈ, ਸਵਾਸ ਕਿਵੇਂ ਸਾਧੇ ਜਾਣ? ਸੱਚ ਦੀ ਆਰਾਧਨਾ ਨਹੀਂ ਕੀਤੀ ਹੈ, ਸੱਚੇ ਨਾਮ ਨੂੰ ਕਿਵੇਂ ਆਰਾਧਿਆ ਜਾਵੇ? ਇਹ ਸਾਰੇ ਸਵਾਲ ਕਰ ਰਹੇ ਹਨ। ਅਕਾਥ ਕਥਾ ਲੈ ਸਮ ਕਰ ਰਹੇ। ਇਹਨਾਂ ਸਵਾਲਾਂ ਦੇ ਉੱਤਰ ਮਹਾਰਾਜ ਅਗਲੀ ਪੌੜੀ 'ਚ ਦੇਣਗੇ। ਕੁਝ ਉੱਤਰ ਸਤਿਗੁਰੂ ਜੀ ਦੇ ਰਹੇ ਆ। ਕਹਿੰਦੇ ਜੋ ਅਕਥ ਹੈ ਨਾ ਪਰਮੇਸ਼ਰ ਕਥਨ ਤੋਂ ਰਹਿਤ, ਉਹਦੀ ਕਥਾ ਨੂੰ ਲੈ ਪ੍ਰਾਪਤ ਕਰਕੇ ਸਮ ਕਰ ਰਹੇ, ਬਿਰਤੀ ਨੂੰ ਸਮ ਕਰਕੇ ਦੁੱਖ ਸੁੱਖ ਵਿੱਚ, ਹਰਖ ਸੋਗ ਵਿੱਚ, ਉਸਤਤੀ ਨਿੰਦਿਆ ਵਿੱਚ ਬਰਾਬਰ ਕਰਕੇ ਰਹਿਣਾ ਕਰੇ। ਕਉ ਨਾਨਕ ਆਤਮ ਰਾਮ ਕਉ ਲਹੈ। ਤਾਂ ਫਿਰ ਆਤਮ, ਜੋ ਆਤਮਾ ਹੈ ਨਾ ਰਾਮ ਦਾ ਹੀ ਸਰੂਪ, ਉਸ ਨੂੰ ਲਹਿ ਪ੍ਰਾਪਤ ਕਰ ਲਵੇਗਾ। ਫਿਰ ਆਤਮ ਰਾਮ ਸਰਬ ਵਿਆਪਕ ਪਰਮੇਸ਼ਰ ਦੇ ਨਾਲ ਇਹਦੀ ਲੀਨਤਾ ਹੋਵੇਗੀ, ਇਹ ਪ੍ਰਭੂ ਦੇ ਆਤਮ ਸਰੂਪ ਨੂੰ ਪ੍ਰਾਪਤ ਕਰ ਲਵੇਗਾ। ਜਿਹੜੇ ਇਸ ਪੌੜੀ ਦੇ ਵਿੱਚ ਸਵਾਲ ਆਏ ਆ ਉਹਨਾਂ ਦੇ ਉੱਤਰ ਮਹਾਰਾਜ ਅਗਲੀ ਪੌੜੀ ਦੇ ਵਿੱਚ ਦੇਣਗੇ। ਉਹ ਕੱਲ ਨੂੰ ਵਿਚਾਰ ਸਾਂਝੀ ਹੋਵੇਗੀ ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ। ਗੁਰੂ ਸਾਹਿਬ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਓ ਮੇਲ। ਆਪ ਸੰਗਤਾਂ ਦੀ ਸੇਵਾ ਦੇ ਵਿੱਚ ਅਦਬ ਸਹਿਤ ਬੇਨਤੀ ਹੈ ਕਿ ਕੱਲ ਨੂੰ ਸਾਧ ਸੰਗਤ ਜੀ ਸੋ ਸਿੱਖ ਕੌਮ ਦੇ ਮਹਾਨ ਸੂਰਬੀਰ ਬਹਾਦਰ, ਮਹਾਨ ਜਰਨੈਲ, ਸਤਿਕਾਰਯੋਗ ਬਾਬਾ ਬੰਦਾ ਸਿੰਘ ਜੀ ਬਹਾਦਰ, ਤਿੰਨਾਂ ਦਾ ਸ਼ਹੀਦੀ ਦਿਹਾੜਾ ਵੀ ਹੈ। ਗੁਰੂ ਕੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਚਰਨਾਂ ਵਿੱਚ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ। ਅਕਾਥ ਕਥਾ ਲੈ ਸਮ ਕਰ ਰਹੇ, ਕਉ ਨਾਨਕ ਆਤਮ ਰਾਮ ਕਉ ਲਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।